सत श्री अकाल जी। द खालस टीवी देख रहे सारे दर्शकों का बहुत बहुत स्वागत है। पंजाब ਦੀਆਂ खास खबरों के खास बुलेटिन ਦੇ ਨਾਲ मैं हरशरण कौर। ਅੱਜ ਦੇ ਪ੍ਰਾਈਮ ਟਾਈਮ ਦੇ ਵਿੱਚ ਪਹਿਲਾਂ ਸ਼ਨੀਵਾਰ ਦੇ ਪ੍ਰਾਈਮ ਟਾਈਮ ਲੋਕ ਰਾਏ ਦਾ ਨਤੀਜਾ ਜਾਣ ਲੈਣੇ ਆ। ਲੋਕ ਰਾਏ ਸੀ ਕਿ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਗੱਲਬਾਤ ਦੇ ਲਈ ਕਿਸਾਨਾਂ ਨੂੰ ਸ਼ਰਤ ਵਰਗੀ ਨਵੀਂ ਸਲਾਹ ਦਿੱਤੀ ਹੈ ਕਿ ਕਰੋਨਾ ਵਧਿਆ ਪਿਆ, ਅੰਦੋਲਨ ਖਤਮ ਕਰਕੇ ਘਰਾਂ ਨੂੰ ਚਲੇ ਜਾਓ, ਸਰਕਾਰ ਗੱਲਬਾਤ ਕਰਨ ਦੇ ਲਈ ਤਿਆਰ ਹੈ। ਕੀ ਕਰੋਨਾ ਦੇ ਡਰੋਂ ਕਿਸਾਨਾਂ ਨੂੰ ਮੋਰਚਾ ਖਤਮ ਕਰ ਦੇਣਾ ਚਾਹੀਦਾ ਹੈ? ਤਾਂ 99% ਸਾਡੇ ਦਰਸ਼ਕ ਮੰਨਦੇ ਨੇ ਕਿ ਨਹੀਂ ਖਤਮ ਕਰਨਾ ਚਾਹੀਦਾ, ਜਦਕਿ 1% ਮੰਨਦੇ ਨੇ ਕਿ ਖਤਮ ਕਰ ਦੇਣਾ ਚਾਹੀਦਾ ਹੈ। ਅੱਜ ਦੀ ਪ੍ਰਾਈਮ ਟਾਈਮ ਲੋਕ ਰਾਏ ਹੈ ਕਿ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਵਿੱਚ 2 ਬੇਰੁਜ਼ਗਾਰ ਟੈਟ ਪਾਸ ਅਧਿਆਪਕ BSNL ਟਾਵਰ ਤੇ 23 ਦਿਨਾਂ ਤੋਂ ਭੁੱਖ ਹੜਤਾਲ ਉੱਤੇ ਬੈਠੇ ਨੇ। ਭਗਵੰਤ ਮਾਨ ਨੇ ਅਪੀਲ ਕੀਤੀ ਹੈ ਕਿ ਸਰਕਾਰ ਪੱਥਰ ਦਿਲ ਹੈ, ਪਿਘਲਣ ਵਾਲੀ ਨਹੀਂ ਹੈ, ਤੁਸੀਂ ਜਾਨ ਨਾ ਗਵਾਓ। ਅਸੀਂ ਵੀ ਇਹਨਾਂ ਪੰਜਾਬੀ ਵੀਰਾਂ ਨੂੰ ਅਪੀਲ ਕਰਦੇ ਹਾਂ ਕਿ ਭੁੱਖ ਹੜਤਾਲ ਤੋੜ ਦਿਓ। ਕੀ ਤੁਸੀਂ ਵੀ ਅਪੀਲ ਕਰਦੇ ਹੋ ਕਿ ਇਹ ਦੋਵੇਂ ਨੌਜਵਾਨ ਆਪਣੀ ਭੁੱਖ ਹੜਤਾਲ ਤੋੜ ਦੇਣ? ਜੇ ਤੁਸੀਂ ਅਪੀਲ ਕਰਦੇ ਹੋ ਤਾਂ ਹਾਂ ਜਾਂ ਯੈਸ ਲਿਖ ਕੇ ਕਮੈਂਟ ਕਰਿਓ। ਜੇ ਤੁਸੀਂ ਨਹੀਂ ਅਪੀਲ ਕਰਦੇ ਤਾਂ ਨੋ ਜਾਂ ਨਾ ਲਿਖ ਕੇ ਕਮੈਂਟ ਕਰਿਓ। ਪੰਜਾਬ, ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਹੈਡਲਾਈਨਸ ਤੇ ਇੱਕ ਨਜ਼ਰ ਮਾਰ ਲੈਂਦੇ ਆ। ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਪੰਜਾਬ ਦੇ ਅਧਿਆਪਕ ਮੌਤ ਚੁਣਨ ਲਈ ਮਜਬੂਰ ਨੇ। ਪ੍ਰਾਈਮ ਟਾਈਮ ਦੇ ਵਿੱਚ ਸਾਡੀ ਖਾਸ ਪੇਸ਼ਕਸ਼ ਜ਼ਰੂਰ ਸੁਣਿਓ। ਬਾਈਬਲ ਕਲਾਂ ਗੋਲੀकांड ਨੂੰ ਲੈ ਕੇ ਪੰਜਾਬ ਦੇ ਸਿਆਸੀ ਲੀਡਰ ਹੁਣ ਕਿਵੇਂ ਗੁਰੂ ਦਾ ਨਾਮ ਵਰਤ ਕੇ ਇੱਕ ਦੂਸਰੇ ਨੂੰ ਭੰਡਣ ਲੱਗੇ ਹੋਏ ਨੇ, ਸਾਰੀਆਂ ਖਬਰਾਂ ਦੱਸਾਂਗੇ। ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਲੋੜ ਨਹੀਂ, ਇਹ ਪਹਿਲਾਂ ਤੋਂ ਹੀ ਬਦਨਾਮ ਹੈ। ਪੰਜਾਬ ਰੋਡਵੇਜ਼ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਵੱਡੇ ਐਕਸ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਵਿੱਚ ਸਰਕਾਰ ਤੇ ਲੋਕ ਕਰੋਨਾ ਨੂੰ ਕੱਖ ਨਹੀਂ ਸਮਝਦੇ, ਕੇਂਦਰੀ ਟੀਮ ਨੇ ਇਹ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਦੂਸਰੇ ਟੀਕੇ ਦੀ ਖੁਰਾਕ ਹੈ ਜਿਹੜੀ ਉਹ ਲੈ ਲਈ ਹੈ ਤੇ ਯੋਗ ਵਿਅਕਤੀਆਂ ਨੂੰ ਆਪਣੇ ਪਰਿਵਾਰ ਤੇ ਸਮਾਜ ਦੀ ਸੁਰੱਖਿਆ ਲਈ ਟੀਕਾ ਲਵਾਉਣ ਦੀ ਵੀ ਅਪੀਲ ਕੀਤੀ ਹੈ। ਸਿੱਖ ਸੰਗਤ ਤੇ ਪੀੜਿਤ ਪਰਿਵਾਰਾਂ ਦੇ ਵੱਲੋਂ ਕੱਲ 13 ਅਪ੍ਰੈਲ ਨੂੰ ਕੋਟਕਪੂਰਾ ਦੇ ਉਸੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਧਰਨਾ ਦਿੱਤਾ ਜਾਏਗਾ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ। ਤੇ ਕੱਲ ਨੂੰ ਖਾਲਸਾ ਸਾਜਨਾ ਦਿਹਾੜੇ ਦੇ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਦੇ ਵਿੱਚ ਕੱਲੀਆਂ ਬੀਬੀਆਂ ਦੀ ਕਨਵੈਨਸ਼ਨ ਕੀਤੀ ਜਾਵੇਗੀ। ਦੀਪ ਸਿੱਧੂ ਨੂੰ ਅੱਜ ਵੀ ਜ਼ਮਾਨਤ ਨਹੀਂ ਮਿਲ ਸਕੀ ਹੈ। 15 ਅਪ੍ਰੈਲ ਨੂੰ ਮੁੜ ਤੋਂ ਸੁਣਵਾਈ ਹੋਵੇਗੀ। ਫੈਸਲਾ ਰਾਖਵਾਂ ਰੱਖ ਲਿਆ ਗਿਆ। ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਨੇ ਦਿੱਲੀ ਪੁਲਿਸ ਦੇ ਕਬਜ਼ੇ ਚੋਂ ਛੁੱਟ ਕੇ ਸਨਸਨੀਖੇਜ਼ ਖੁਲਾਸੇ ਕੀਤੇ ਨੇ। ਸਪੈਸ਼ਲ ਸੈੱਲ ਨੇ ਐਨਕਾਊਂਟਰ ਦੀ ਵੀ ਧਮਕੀ ਦਿੱਤੀ। ਰੁਲਦੂ ਸਿੰਘ ਨੇ ਦਿੱਲੀ ਪੁਲਿਸ ਨੂੰ ਚੈਲੰਜ ਕੀਤਾ ਕਿ ਮੈਨੂੰ ਪੁਲਿਸ ਜਦੋਂ ਮਰਜ਼ੀ ਫੜ ਲਵੇ। ਲੱਖੇ ਸਿਧਾਣੇ ਦੇ ਭਰਾ ਬਾਰੇ ਇਹ ਬਿਆਨ ਦਿੱਤਾ ਹੈ। ਹਰਜੀਤ ਗਰੇਵਾਲ ਨੇ ਮੁੜ ਤੋਂ ਬਿਆਨ ਦਿੱਤਾ ਹੈ। ਕਿਸਾਨਾਂ ਦੇ ਬਾਰੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੂੰ ਸਖਤੀ ਦਿਖਾਉਣੀ ਚਾਹੀਦੀ ਹੈ। ਅਸਲੀ ਕਿਸਾਨ ਤਾਂ ਖੇਤਾਂ ਦੇ ਵਿੱਚ ਨੇ, ਵਿਰੋਧ ਕਰਨ ਵਾਲੇ ਗੁੰਡੇ ਨੇ। ਕਿਸਾਨਾਂ ਨੂੰ ਗੁੰਡੇ ਕਹਿਣ ਵਾਲੇ ਗਰੇਵਾਲ ਨੂੰ ਕਿਸਾਨ ਲੀਡਰਾਂ ਨੇ ਤਿੱਖਾ ਜਵਾਬ ਵੀ ਦਿੱਤਾ ਹੈ। 26 ਅਪ੍ਰੈਲ ਨੂੰ ਬੱਸ ਅੱਡਿਆਂ ਤੇ ਜਾਣ ਤੋਂ ਪਹਿਲਾਂ ਰੋਡਵੇਜ਼ ਦੇ ਮੁਲਾਜ਼ਮਾਂ ਦੇ ਵੱਲੋਂ ਇੱਕ ਅਪੀਲ ਕੀਤੀ ਗਈ ਹੈ, ਉਹ ਜ਼ਰੂਰ ਸੁਣ ਲਿਓ। ਪਾਕਿਸਤਾਨ ਜਾ ਰਹੇ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚੋਂ ਜਿਹੜੇ 60 ਯਾਤਰੀ ਕੱਲ ਨੈਗੇਟਿਵ ਸੀਗੇ, ਬਾਰਡਰ ਤੇ ਅੱਜ ਜੋ ਟੈਸਟ ਕੀਤਾ ਤਾਂ ਉਹ ਪੋਜ਼ਿਟਿਵ ਪਾਏ ਗਏ ਨੇ। ਪਾਕਿਸਤਾਨ ਜਾਣ ਹੀ ਨਹੀਂ ਦਿੱਤਾ। ਚੰਡੀਗੜ੍ਹ ਵਿੱਚ ਐਕਸਿਸ ਬੈਂਕ ਦੇ ਵਿੱਚੋਂ ਚੌਕੀਦਾਰ ਨੇ ਹੀ 4 ਕਰੋੜ ਰੁਪਏ ਚੋਰੀ ਕਰ ਲਏ, ਫਰਾਰ ਹੈ। ਹਾਲੇ ਤੱਕ ਪੁਲਿਸ ਫੜ ਨਹੀਂ ਸਕੀ, ਪਰ ਚੰਡੀਗੜ੍ਹ ਪੁਲਿਸ ਨਾਈਟ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਜ਼ਰੂਰ ਕੇਸ ਦਰਜ ਕਰ ਰਹੀ ਹੈ। ਲੰਘੀ ਰਾਤ 4 ਕੇਸ ਦਰਜ ਕੀਤੇ ਨੇ। ਵਿਜੇਂਦਰ ਸਿੰਗਲਾ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਕੂਲ ਅਸੀਂ ਨਹੀਂ ਖੋਲ ਸਕਦੇ, ਬੰਦ ਕਰਨ ਪਿੱਛੇ ਸਰਕਾਰ ਦਾ ਸਵਾਰਥ ਕੀ ਹੋ ਸਕਦਾ ਹੈ, ਇਹ ਸਾਨੂੰ ਸਮਝ ਨਹੀਂ ਆਉਂਦੀ। ਬੋਰਡ ਪ੍ਰੀਖਿਆਵਾਂ ਰੱਦ ਕਰਨ ਦੇ ਲਈ ਪ੍ਰਿਯੰਕਾ ਗਾਂਧੀ ਨੇ ਸਿੱਖਿਆ ਮੰਤਰੀ ਨੂੰ ਚਿੱਠੀ ਲਿਖੀ ਹੈ। ਪੰਜਾਬ ਸਮੇਤ 7 ਸੂਬਿਆਂ ਤੋਂ ਜਾਣ ਵਾਲਿਆਂ ਨੂੰ ਹਿਮਾਚਲ ਦੇ ਵਿੱਚ ਹੁਣ ਸੌਖੀ ਐਂਟਰੀ ਨਹੀਂ ਮਿਲੇਗੀ। ਨੈਗੇਟਿਵ ਰਿਪੋਰਟ ਹੱਥ ਵਿੱਚ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਬੈਂਚ ਨਿਰਧਾਰਿਤ ਸਮੇਂ ਤੋਂ 1 ਘੰਟਾ ਦੇਰੀ ਨਾਲ ਕੇਸਾਂ ਦੀ ਸੁਣਵਾਈ ਕਰਨਗੇ। ਸੁਪਰੀਮ ਕੋਰਟ ਦੇ ਵਿੱਚ 44 ਮੁਲਾਜ਼ਮਾਂ ਨੂੰ ਕਰੋਨਾ ਹੋ ਗਿਆ। ਦਿੱਲੀ ਹਾਈ ਕੋਰਟ ਦੇ ਵਿੱਚ ਵੀ 3 ਜੱਜਾਂ ਨੂੰ ਕਰੋਨਾ ਹੋ ਗਿਆ। ਪ੍ਰਧਾਨ ਮੰਤਰੀ ਨੇ ਜਦੋਂ ਪਹਿਲੇ ਦਿਨ ਲਾਕਡਾਊਨ ਦਾ ਐਲਾਨ ਕੀਤਾ ਸੀ, ਉਸ ਦਿਨ ਕਿਹਾ ਸੀ ਕਿ ਮਹਾਭਾਰਤ ਦੀ ਜੰਗ 19 ਦਿਨਾਂ 'ਚ ਜਿੱਤੀ ਗਈ ਤੇ ਹੁਣ ਕਰੋਨਾ ਸੰਕਟ ਦੇ ਖਿਲਾਫ ਅਸੀਂ 21 ਦਿਨਾਂ ਦੇ ਵਿੱਚ ਜੰਗ ਜਿੱਤ ਲਵਾਂਗੇ। ਉਸ ਜੰਗ ਦਾ ਕੀ ਹੋਇਆ, ਪ੍ਰਧਾਨ ਮੰਤਰੀ ਜੀ ਪੁੱਛ ਰਹੇ ਨੇ ਪੀ ਚਿਦੰਬਰਮ, ਕਾਂਗਰਸ ਦੇ ਲੀਡਰ। ਰਾਹੁਲ ਗਾਂਧੀ ਕਹਿੰਦੇ ਨੇ ਕਿ ਮੁਲਕ ਦੇ ਵਿੱਚ ਕੋਵਿਡ ਵੈਕਸੀਨ ਦੀ ਲੋੜ ਹੈ, ਹਰ ਕਿਸੇ ਨੂੰ ਸੁਰੱਖਿਅਤ ਜੀਵਨ ਦਾ ਅਧਿਕਾਰ ਹੈ। ਕਰੋਨਾ ਮਹਾਮਾਰੀ ਦੇ ਵਿਗੜਦੇ ਹਾਲਾਤਾਂ ਤੇ ਗੁਜਰਾਤ ਸਰਕਾਰ ਨੂੰ ਹਾਈ ਕੋਰਟ ਨੇ ਫਟਕਾਰ ਪਾਈ ਹੈ।
ਕੂਚ ਬਿਹਾਰ ਦੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਗੋਲੀਬਾਰੀ ਹੈ ਜਿਹੜੀ ਉਹ ਨਰਸੰਹਾਰ ਹੈ ਅਤੇ ਬੀਜੇਪੀ ਦੀ ਸਾਜ਼ਿਸ਼ ਦਾ ਨਤੀਜਾ ਹੈ, ਮਮਤਾ ਬੈਨਰਜੀ ਨੇ ਕਿਹਾ। ਮਮਤਾ ਬੈਨਰਜੀ ਨੇ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਨੂੰ ਆਪਣਾ ਨਾਮ ਹੈ ਜਿਹੜਾ ਬਦਲ ਕੇ ਮੋਦੀ ਚੋਣ ਕਮਿਸ਼ਨ ਰੱਖ ਲੈਣਾ ਚਾਹੀਦਾ ਹੈ। ਮੋਦੀ ਕਹਿ ਰਹੇ ਨੇ ਕਿ ਨੰਦੀਗ੍ਰਾਮ ਦੇ ਵਿੱਚ ਦੀਦੀ ਮਮਤਾ ਦੀਦੀ ਕਲੀਨ ਬੋਲਡ ਹੋ ਗਈ ਹੈ ਤੇ ਬੰਗਾਲ ਦੇ ਵਿੱਚ ਉਹਨਾਂ ਦੀ ਪਾਰੀ ਖਤਮ ਹੈ, ਸਾਡੀ ਸਰਕਾਰ ਆਵੇਗੀ। ਅਮਿਤ ਸ਼ਾਹ ਕਹਿ ਰਹੇ ਨੇ ਕਿ ਜੇ ਪੱਛਮੀ ਬੰਗਾਲ ਦੇ ਲੋਕ ਕਹਿਣਗੇ ਤਾਂ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ। ਨੋਇਡਾ ਦੇ ਵਿੱਚ ਝੁੱਗੀਆਂ 'ਚ ਅੱਗ ਲੱਗ ਗਈ, 150 ਝੁੱਗੀਆਂ ਸੜ ਗਈਆਂ, 2 ਬੱਚੇ ਵੀ ਮਾਰੇ ਗਏ ਨੇ। ਫਲਿੱਪਕਾਰਟ ਨੇ ਅਡਾਨੀ ਗਰੁੱਪ ਨਾਲ ਸਮਝੌਤਾ ਕਰ ਲਿਆ, 2500 ਲੋਕਾਂ ਨੂੰ ਨੌਕਰੀਆਂ ਦੇਣਗੇ ਵਰਲਡ ਵਾਈਡ। ਇੰਡੋਨੇਸ਼ੀਆ ਦੇ ਵਿੱਚ ਭੂਚਾਲ ਨਾਲ 8 ਮੌਤਾਂ ਹੋਈਆਂ ਨੇ ਤੇ ਕਈ ਜ਼ਖਮੀ ਹੋ ਗਏ ਨੇ। ਲਾਸ ਏਂਜਲਸ ਦੇ ਵਿੱਚ 3 ਬੱਚੇ ਮ੍ਰਿਤ ਮਿਲੇ ਨੇ, ਮਾਂ ਗ੍ਰਿਫਤਾਰ ਕੀਤੀ ਗਈ ਹੈ। ਈਰਾਨ ਦੇ ਪਰਮਾਣੂ ਪਲਾਂਟ ਦੇ ਵਿੱਚ ਵੱਡੀ ਗੜਬੜੀ ਸਾਹਮਣੇ ਆਈ ਹੈ। ਈਰਾਨ ਨੇ ਧਮਕੀ ਦਿੱਤੀ ਹੈ ਕਿ ਇਜ਼ਰਾਈਲ ਨੇ ਹਮਲਾ ਕੀਤਾ ਹੈ, ਅਸੀਂ ਜਵਾਬ ਦੇਵਾਂਗੇ। ਪੰਜਾਬ, ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ ਤੇ ਪਹਿਲਾਂ ਪੰਜਾਬ ਦੀਆਂ ਖਬਰਾਂ। 11 ਅਪ੍ਰੈਲ ਨੂੰ ਕੈਪਟਨ ਸਾਹਿਬ ਦੀ ਪੁਲਿਸ ਨੇ ਪਟਿਆਲੇ ਦੇ ਵਿੱਚ ਕੈਪਟਨ ਦਾ ਮਹਿਲ ਘੇਰਨ ਜਾਂਦੇ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀ ਚਾਰਜ ਕੀਤਾ, ਕਈਆਂ ਨੂੰ ਹਿਰਾਸਤ ਵਿੱਚ ਵੀ ਲਿਆ। ਪੁਲਿਸ ਦੇ ਤਸ਼ੱਦਦ ਤੋਂ ਬਚਦਿਆਂ ਜਦੋਂ ਇਹਨਾਂ ਅਧਿਆਪਕਾਂ ਨੇ ਹੋਰ ਪਾਸੇ ਮੁਜ਼ਾਹਰਾ ਕਰਨਾ ਸ਼ੁਰੂ ਕੀਤਾ ਤਾਂ ਪੁਲਿਸ ਉਹਨਾਂ ਦੇ ਪਿੱਛੇ ਵੀ ਭੱਜ ਤੁਰੀ। ਪੁਲਿਸ ਦੀ ਦਹਿਸ਼ਤ ਤੋਂ ਡਰਦੇ ਤੇ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਂਦੇ 2 ਨੌਜਵਾਨ ਅਧਿਆਪਕਾਂ ਨੇ ਭਾਖੜਾ ਨਹਿਰ ਵਿੱਚ ਛਾਲਾਂ ਵੀ ਮਾਰ ਦਿੱਤੀਆਂ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਗੋਤਾਖੋਰਾਂ ਨੇ ਬਚਾ ਲਿਆ। ਅੱਜ ਅਸੀਂ ਗੱਲ ਕਰਾਂਗੇ ਉਹਨਾਂ 2 ਬੇਰੁਜ਼ਗਾਰ ਅਧਿਆਪਕਾਂ ਦੀ ਜਿਹੜੇ 21 ਮਾਰਚ ਨੂੰ ਪਟਿਆਲਾ ਦੇ ਲੀਲਾ ਭਵਨ ਦੇ ਨੇੜੇ ਪੈਟਰੋਲ ਦੀਆਂ ਬੋਤਲਾਂ ਲੈ ਕੇ BSNL ਦੇ ਟਾਵਰ ਤੇ ਚੜ੍ਹ ਗਏ ਸੀ। ਦੋਵੇਂ ਭੁੱਖਣ ਭਾਣੇ 23ਵੇਂ ਦਿਨ ਵੀ ਟਾਵਰ ਤੇ ਉਸੇ ਤਰ੍ਹਾਂ ਹੀ ਬੈਠੇ ਨੇ। ਸੁਰਿੰਦਰਪਾਲ ਸਿੰਘ ਅਤੇ ਹਰਜੀਤ ਸਿੰਘ ਦੀ ਮੰਗ ਹੈ ਕਿ ਪੰਜਾਬ ਦੇ ਵਿੱਚ ETT ਦੀ ਭਰਤੀ ਵਿੱਚ ਵਾਧੂ ਸਰਕਾਰੀ ਸ਼ਰਤਾਂ ਹਟਾਈਆਂ ਜਾਣ। ETT ਭਰਤੀ ਦੇ ਲਈ ਯੋਗਤਾ ਸਿਰਫ ਟੈਟ ਪਾਸ ਤੱਕ ਹੀ ਸੀਮਿਤ ਰੱਖੀ ਜਾਵੇ। ਇਹਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਚੋਰ ਮੋਰੀਆਂ ਦੇ ਰਾਹੀਂ ਹੋਰ ਵਰਗਾਂ ਨੂੰ ਵੀ ਇਹਨਾਂ ਭਰਤੀਆਂ ਦੇ ਵਿੱਚ ਜਾਣ-ਬੁੱਝ ਕੇ ਸੈੱਟ ਕਰਨਾ ਚਾਹੁੰਦੀ ਹੈ, ਉਹਨਾਂ ਨੂੰ ਲਾਹਾ ਦੇਣਾ ਚਾਹੁੰਦੀ ਹੈ, ਜਦਕਿ ETT ਭਰਤੀ ਲਈ ਸਿਰਫ ਟੈਟ ਪਾਸ ਅਧਿਆਪਕਾਂ ਦਾ ਹੀ ਨੌਕਰੀ ਲੈਣ ਦਾ ਹੱਕ ਹੈ। ਇਹਨਾਂ ਨੇ 10,000 ਖਾਲੀ ਅਸਾਮੀਆਂ ਭਰਨ ਦੀ ਵੀ ਮੰਗ ਕੀਤੀ ਹੈ। ਟਾਵਰ ਤੇ ਚੜਨ ਲੱਗਿਆਂ ਦੋਵੇਂ ਨੌਜਵਾਨਾਂ ਨੇ ਐਲਾਨ ਕੀਤਾ ਸੀ ਕਿ ਜੇ ਸਰਕਾਰ ਨੇ ਹੁਣ ਵੀ ਸਾਡੀ ਗੱਲ ਨਾ ਮੰਨੀ ਤਾਂ ਅਸੀਂ ਖੁਦਕੁਸ਼ੀ ਕਰਨ ਤੋਂ ਵੀ ਪਿੱਛੇ ਨਹੀਂ ਹਟਾਂਗੇ, ਅਸੀਂ ਆਪਣੀ ਜਾਨ ਵੀ ਦੇ ਦੇਵਾਂਗੇ। ਪਰ 23 ਦਿਨ ਲੰਘ ਗਏ ਨੇ ਤੇ ਕੈਪਟਨ ਦੀ ਸਰਕਾਰ ਹੈ ਜਿਹੜੀ ਮੌਜ ਨਾਲ AC ਦੀ ਠੰਡਕ ਮਾਣ ਰਹੀ ਹੈ, ਕਿਉਂਕਿ ਕਰੋਨਾ ਕਰਕੇ ਬਹੁਤੇ ਕੰਮ ਤਾਂ ਹੋ ਨਹੀਂ ਰਹੇ। ਮੰਤਰੀ ਆਰਾਮ ਦੇ ਨਾਲ ਆਪਣੀਆਂ ਕੁਰਸੀਆਂ ਤੇ ਬੈਠੇ ਨੇ ਜਿਹੜੀਆਂ ਲੋਕਾਂ ਨੇ ਉਹਨਾਂ ਨੂੰ ਦਿੱਤੀਆਂ ਨੇ। ਸੋ ਕਿਹੋ ਜਿਹੀਆਂ ਨੀਤੀਆਂ ਤੇ ਕਿਹੋ ਜਿਹੇ ਨਿਯਮ ਨੇ ਇਹ ਕਿ ਪੰਜਾਬ ਦੇ ਲੱਖਾਂ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਂਦੇ ਦਰ-ਦਰ ਤੇ ਭਟਕਦੇ ਫਿਰਦੇ ਨੇ। ਇਹਨਾਂ ਦੋਵੇਂ ਬੇਰੁਜ਼ਗਾਰ ਅਧਿਆਪਕਾਂ ਦੀ ਹਾਲਤ ਖਾਣ ਪੀਣ ਦੇ ਖੁਣੋਂ ਇੰਨੀ ਮਾੜੀ ਹੋ ਗਈ ਹੈ ਕਿ ਜੇ ਕੁਝ ਬੋਲਦੇ ਨੇ ਉਹ ਵੀ ਸਮਝ ਨਹੀਂ ਆਉਂਦਾ। ਫਿਰ ਵੀ ਇਹਨਾਂ ਨੇ ਜੋ ਸੁਨੇਹਾ ਭੇਜਿਆ ਹੈ ਉਹਨੂੰ ਆਪਾਂ ਸੁਣਨ ਦੀ ਕੋਸ਼ਿਸ਼ ਕਰਦੇ ਹਾਂ। ਖਾਣ ਪੀਣ ਦੇ ਖੁਣੋਂ ਕਮਜ਼ੋਰੀ ਬਹੁਤ ਆ ਗਈ ਹੈ, ਆਵਾਜ਼ ਵੀ ਚੰਗੇ ਤਰੀਕੇ ਦੇ ਨਾਲ ਨਹੀਂ ਨਿਕਲ ਰਹੀ, ਪਰ ਸੁਣਨਾ ਵੀ ਲਾਜ਼ਮੀ ਹੈ। ਕਹਿਣਾ ਕੀ ਚਾਹੁੰਦੇ ਨੇ ਇਹ ਸਾਡੇ ਜਿਹੜੇ ਪੰਜਾਬੀ ਨੌਜਵਾਨ ਨੇ ਤੇ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਨੇ। ਮੇਰੇ ਪਾਪਾ ਜੀ ਬਿਮਾਰ ਰਹਿੰਦੇ ਨੇ। ਮੇਰੇ ਪਾਪਾ ਜੀ ਮੈਨੂੰ ਕਹਿੰਦੇ ਬੇਟਾ ਮੈਂ ਬਿਮਾਰ ਰਹਿਣਾ, ਤਾਂ ਮੈਂ ਉਹਨਾਂ ਨੂੰ ਕਿਹਾ ਕਿ ਪਾਪਾ ਜੀ ਤੁਸੀਂ ਤਾਂ ਦਵਾਈ ਨਾਲ ਠੀਕ ਹੋ ਜਾਓਗੇ, ਪਰ ਮੈਨੂੰ ਜੋਬ ਚਾਹੀਦੀ। ਸੁਣੀ ਲਿਆ ਤੁਸੀਂ, ਇੱਕ ਦਾ ਪਿਤਾ ਜਿਹੜਾ ਬਿਮਾਰ ਹੈ, ਬਿਮਾਰੀ ਦੇ ਨਾਲ ਜੂਝ ਰਿਹਾ ਹੈ। ਕਿ ਕੈਪਟਨ ਸਾਹਿਬ ਜਾਂ ਫਿਰ ਉਹਨਾਂ ਦੀ ਸਰਕਾਰ ਦਾ ਜਾਂ ਭਾਰਤ ਦੀ ਸਰਕਾਰ ਦਾ ਕੋਈ ਵੀ ਮੰਤਰੀ ਹੈ ਜਿਹੜਾ ਉਹਨਾਂ ਦੇ ਪਿਤਾ, ਇਸ ਨੌਜਵਾਨ ਦੇ ਪਿਤਾ ਦੇ ਦਰਦ ਨੂੰ ਸਮਝ ਸਕਦਾ ਹੈ ਜਿਹੜਾ ਬਿਮਾਰੀ ਦੇ ਕਾਰਨ ਮੰਜੇ ਤੇ ਪਿਆ ਤੇ ਜਦੋਂ ਖਬਰਾਂ ਦੇ ਵਿੱਚ ਦੇਖਦਾ ਹੋਣਾ ਕਿ ਉਹਦਾ ਪੁੱਤਰ ਹੈ ਜਿਹੜਾ ਰੁਜ਼ਗਾਰ ਲੈਣ ਦੇ ਲਈ ਕਿਵੇਂ ਉਹਨੂੰ ਭੁੱਖਣ ਭਾਣੇ ਆਪਣੇ ਆਪ ਨੂੰ ਤਸੀਹੇ ਦੇਣੇ ਪੈ ਰਹੇ ਨੇ, ਉਹਨਾਂ ਦੇ ਦਿਲ ਦਾ ਦਰਦ ਕੀ ਇਹ ਸਰਕਾਰਾਂ, ਇਹ ਮੰਤਰੀ ਕਦੇ ਸਮਝ ਸਕਦੇ ਨੇ?
ਕਦੇ ਵੀ ਨਹੀਂ। ਜੇ ਸਮਝਦੇ ਹੁੰਦੇ ਤਾਂ 23 ਦਿਨ ਨਾ ਹੁੰਦੇ। 23 ਦਿਨ ਬੀਤ ਚੁੱਕੇ ਨੇ, ਸਰਕਾਰ ਦਾ ਕੋਈ ਵੀ ਅਧਿਕਾਰੀ ਉੱਥੇ ਨਹੀਂ ਪਹੁੰਚਿਆ। ਇਹ ਅਪੀਲ ਕਰਨੀ ਪਹੁੰਚ ਜਾਓ ਤੁਸੀਂ ਕਿ ਤੁਸੀਂ ਉਤਰ ਆਓ ਟਾਵਰ ਤੋਂ, ਤੁਸੀਂ ਆਪਣੀ ਜਾਨ ਜਿਹੜੀ ਹੈਗੀ ਹੈ ਉਹਨੂੰ ਨਾ ਗਵਾਓ, ਕੀਮਤੀ ਹੈ ਉਹ, ਅਸੀਂ ਕੋਈ ਹੱਲ ਕਰਦੇ ਹਾਂ। ਪਰ 23 ਦਿਨ ਲੰਘ ਗਏ, ਕਿਸੇ ਨੂੰ ਕੋਈ ਪਰਵਾਹ ਨਹੀਂ ਕਿ ਪੰਜਾਬ ਦੀ ਅਸੀਂ ਸਰਕਾਰ ਹਾਂ, ਇਹ ਪੰਜਾਬੀ ਨੇ, ਇਹਨਾਂ ਦਾ ਜਿਹੜਾ ਰੁਜ਼ਗਾਰ ਦੇਣਾ ਹੈ ਉਹ ਵੀ ਸਾਡਾ ਫਰਜ਼ ਹੈ। ਤੋ ਮੌਜੂਦਾ ਸਰਕਾਰ ਨੇ ਤਾਂ ਕੋਈ ਗੱਲ ਨਹੀਂ ਕੀਤੀ, ਪਰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ MP ਜਿਹੜੇ ਭਗਵੰਤ ਮਾਨ ਹੈਗੇ ਨੇ, ਉਹਨਾਂ ਨੇ ਗੁਰਦਾਸਪੁਰ ਦੇ ਜਿਹੜੇ ਨੌਜਵਾਨ ਸੁਰਿੰਦਰਪਾਲ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ। ਮਾਨ ਨੇ ਸਮਝਾਉਣ ਦੇ ਲਹਿਜ਼ੇ ਵਿੱਚ ਕਿਹਾ ਕਿ ਸੰਘਰਸ਼ ਦਾ ਜਿਹੜਾ ਖੁਦਕੁਸ਼ੀਆਂ ਵਾਲਾ ਰਾਹ ਹੈ ਉਹ ਠੀਕ ਨਹੀਂ ਹੈ, ਇਸ ਦੀ ਰੂਪਰੇਖਾ ਬਦਲ ਲੈਣੀ ਚਾਹੀਦੀ ਹੈ। ਮਾਨ ਨੇ ਇਹ ਵੀ ਜ਼ਿਕਰ ਕੀਤਾ ਕਿ ਨਹਿਰ ਦੇ ਵਿੱਚ ਛਾਲ ਮਾਰ ਕੇ ਮਰਨ ਨਾਲ ਵੀ ਸਰਕਾਰ ਦਾ ਪੱਥਰ ਦਿਲ ਹੈ ਜਿਹੜਾ ਉਹ ਨਹੀਂ ਪੰਗਰਨਾ, ਇਸ ਕਰਕੇ ਤੁਸੀਂ ਆਪਣੀਆਂ ਜਿਹੜੀਆਂ ਜਾਨਾਂ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਨਾ ਗਵਾਓ। ਤੇ ਮਾਨ ਦੀ ਗੱਲਬਾਤ ਦਾ ਜਵਾਬ ਦਿੰਦਿਆਂ ਸੁਰਿੰਦਰਪਾਲ ਨੇ ਕਿਹਾ ਕਿ ਅਸੀਂ ਬਹੁਤ ਮਾੜੇ ਹਾਲਾਤਾਂ ਵਾਲੇ ਘਰਾਂ ਦੇ ਨਾਲ ਸੰਬੰਧ ਰੱਖਦੇ ਹਾਂ, ਸਰਕਾਰ ਸੁਣ ਨਹੀਂ ਰਹੀ, ਇਸ ਕਰਕੇ ਅਸੀਂ ਇਹ ਸੋਚਿਆ ਹੈ ਕਿ ਅਜਿਹਾ ਕਰ ਲਈਏ, ਸ਼ਾਇਦ ਸਰਕਾਰ ਵਾਲੀ ਇਹ ਸਰਕਾਰ ਹੈ ਜਿਹੜੀ ਉਹ ਸਾਡੀ ਗੱਲ ਇਸ ਤਰੀਕੇ ਦੇ ਨਾਲ ਸੁਣ ਲਏ। ਘਰੇ ਬੈਠਿਆਂ ਦੀ ਤਾਂ ਸੁਣਦੀ ਨਹੀਂ, ਸੜਕਾਂ ਤੇ ਅਸੀਂ ਨਿਕਲਦੇ ਹਾਂ ਫਿਰ ਵੀ ਸਾਨੂੰ ਲਾਠੀਆਂ ਪੈਂਦੀਆਂ ਨੇ, ਸਾਨੂੰ ਸੋਟੀਆਂ ਦੇ ਨਾਲ ਕੁੱਟਿਆ ਜਾਂਦਾ ਹੈ, ਮਾਨਸਿਕ ਤੇ ਸਰੀਰਕ ਤਸ਼ੱਦਦ ਹੈ ਜਿਹੜਾ ਦੋਵਾਂ ਦੇ ਅਸੀਂ ਸ਼ਿਕਾਰ ਹੋ ਰਹੇ ਹਾਂ। ਅਸੀਂ ਸੋਚਿਆ ਟਾਵਰ ਤੇ ਚੜ ਕੇ ਸ਼ਾਇਦ ਗੱਲ ਸੁਣ ਲੈਣਗੇ। ਮਾਨ ਨੇ ਕਿਹਾ ਕਿ ਹਾਲੇ ਵੀ ਬਹੁਤ ਕੁਝ ਹੋ ਸਕਦਾ ਹੈ, ਪਰ ਇਹ ਰਸਤਾ ਜਿਹੜਾ ਉਹ ਗਲਤ ਹੈ। ਭਗਵੰਤ ਮਾਨ ਕਹਿੰਦੇ ਨੇ ਕਿ ਮੈਂ ਆਪਣੇ ਸੂਬੇ ਦੇ ਲੋਕਾਂ ਨੂੰ ਇਸ ਤਰ੍ਹਾਂ ਮਰਦੇ ਨਹੀਂ ਦੇਖ ਸਕਦਾ, ਸਰਕਾਰ ਪੱਥਰ ਦਿਲ ਹੈ, ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਦਾਅ ਤੇ ਨਹੀਂ ਲਾਉਣੀ ਚਾਹੀਦੀ। ਮਾਨ ਨੇ ਜਥੇਬੰਦੀ ਦੇ ਲੀਡਰ ਦੀਪਕ ਕੰਬੋਜ ਦੇ ਨਾਲ ਖੁਦ ਗੱਲ ਕਰਨ ਦੀ ਵੀ ਗੱਲ ਕਹੀ ਤੇ ਕਿਹਾ ਕਿ ਮੈਂ ਆਪ ਟਾਵਰ ਦੇ ਉੱਤੇ ਆਵਾਂਗਾ ਤੇ ਆਪਣੇ ਹੱਥੀਂ ਦੋਵੇਂ ਨੌਜਵਾਨ ਨੇ ਜਿਹੜੇ ਸਾਡੇ ਬੇਰੁਜ਼ਗਾਰ ਉਹਨਾਂ ਨੂੰ ਰੋਟੀ ਖਵਾਵਾਂਗਾ, ਕਿਉਂਕਿ ਮੇਰੀ ਆਤਮਾ ਦੁਖਦੀ ਹੈ ਜਦੋਂ ਨੌਜਵਾਨ ਰੁਜ਼ਗਾਰ ਦੇ ਪਿੱਛੇ ਮੌਤ ਦਾ ਰਾਹ ਚੁਣ ਲੈਂਦੇ ਨੇ। ਕਿਵੇਂ ਸਿਹਤ ਠੀਕ ਹੈ ਬਾਈ? ਸਿਹਤ ਤਾਂ ਸਰ ਪਿਛਲੇ ਕਾਫੀ ਦਿਨਾਂ ਤੋਂ ਮੈਨੂੰ ਪਤਾ ਹੈ, ਕੁਝ ਖਾਦਾ ਪੀਤਾ ਨਹੀਂ, ਮੈਨੂੰ ਪਤਾ ਹੈ ਬਾਈ ਜੀ। ਫਿਰ ਪਤਾ ਕੀ ਹੈ, ਹੁਣ ਆਪਾਂ ਇਹਨਾਂ ਭ੍ਰਿਸ਼ਟਾਂ ਪਿੱਛੇ, ਕਰਪਟ ਭ੍ਰਿਸ਼ਟਾਚਾਰੀਆਂ ਪਿੱਛੇ ਆਪਾਂ ਆਪਦੀ ਸਿਹਤ ਕਿਉਂ ਦਾਅ ਤੇ ਲਾਉਂਦੇ ਆ ਬਾਈ ਜੀ? ਸਰ ਉਹ ਤਾਂ ਠੀਕ ਹੈ, ਮੈਨੂੰ ਪਤਾ ਹੈ, ਮੈਂ ਦੁੱਖ ਸਮਝ ਰਿਹਾ ਤੁਹਾਡਾ। ਸਰ ਮੈਂ ਸੁਰਿੰਦਰਪਾਲ ਗੁਰਦਾਸਪੁਰ ਤੋਂ, ਮੈਨੂੰ ਪਤਾ ਹੈ, ਮੈਂ ਮੀਤ ਹੇਅਰ ਤੋਂ ਨੰਬਰ ਲਿਆ ਮੈਂ। ਠੀਕ ਹੈ ਜੀ, ਮੇਰੀ ਘਰ ਦੇ ਹਾਲਾਤ ਇੰਨੇ ਕੁ ਮਾੜੇ ਨੇ। ਮੈਨੂੰ ਪਤਾ ਬਾਈ ਜੀ, ਮੈਨੂੰ ਪਤਾ ਆਪਾਂ ਸਾਰੇ ਉਹਨਾਂ ਘਰਾਂ ਦੇ ਹੀ ਹਾਂ, ਪਰ ਬਾਈ ਜੀ ਫਿਰ ਜਿਵੇਂ ਹੁਣ ਪਤਾ ਕੀ ਹੈ, ਇਹਨਾਂ ਦੇ ਪੱਥਰ ਦਿਲਾਂ ਤੇ ਇਹਨਾਂ ਤੇ ਕੱਖ ਅਸਰ ਨਹੀਂ ਹੋਣਾ ਯਾਰ। ਪਰ ਜੇ ਅਸੀਂ ਘਰ ਹੁੰਦੇ ਤਾਂ ਹੁਣ ਤੱਕ ਸੁਸਾਈਡ ਕਰ ਲੈਂਦੇ। ਹੈਂ, ਮੈਂ ਆ ਜਾਣਾ, ਕਹੂੰ ਤਾਂ ਮੈਂ ਆ ਜਾਣਾ, ਕੱਲ ਨੂੰ ਆ ਜਾਣਾ ਬਾਈ। ਸਰ ਤੁਸੀਂ ਆ ਸਕਦੇ ਹੋ, ਮੋਸਟ ਵੈਲਕਮ, ਪਰ ਸੰਘਰਸ਼ ਸਾਡਾ ਸਰ। ਨਹੀਂ, ਮੈਂ ਸੰਘਰਸ਼ ਦਾ ਸਾਥ ਦੇਣ ਹੀ ਆ ਰਿਹਾ ਮੈਂ, ਪਰ ਬਾਈ ਜੀ ਸੰਘਰਸ਼ ਜ਼ਰੂਰ ਕਰੋ। ਮੈਂ ਕਹਿੰਦਾ ਸੰਘਰਸ਼ ਤੋਂ ਕੋਈ ਨਹੀਂ ਰੁਕਦਾ, ਪਰ ਆਪਣੀ ਸਿਹਤ ਨੂੰ ਦਾਅ ਤੇ ਨਾ ਲਾਓ, ਇਹਨਾਂ ਤੇ ਕੋਈ ਅਸਰ ਨਹੀਂ ਹੋਣਾ ਬਾਈ ਜੀ, ਇਹ ਪੱਥਰ ਦਿਲ ਨੇ। ਸੋ ਖੁਦਕੁਸ਼ੀ ਦਾ ਰਾਹ ਜਾਂ ਫਿਰ ਟਾਵਰ ਤੇ ਚੜ ਕੇ ਆਪਣੇ ਹੱਕ ਮੰਗਣ ਦਾ ਤਰੀਕਾ ਭਾਵੇਂ ਠੀਕ ਨਹੀਂ ਹੈ। ਮੰਤਰੀ ਵੀ ਕਹਿੰਦੇ ਨੇ, ਲੀਡਰ ਵੀ ਕਹਿੰਦੇ ਨੇ, ਸਰਕਾਰਾਂ ਕਹਿੰਦੀਆਂ ਨੇ ਕਿ ਇਹ ਰਾਹ ਤੁਸੀਂ ਨਾ ਅਪਣਾਓ, ਪਰ ਸਰਕਾਰ ਦੱਸੇ ਤਾਂ ਸਹੀ ਕਿ ਇਹ ਲੋਕ ਕੀ ਕਰਨ, ਭੁੱਖੇ ਪੰਜਾਬੀ ਕਰਨ ਤਾਂ ਕੀ ਕਰਨ, ਕਿੱਧਰ ਜਾਣ। ਰੁਜ਼ਗਾਰ ਪੈਦਾ ਸਰਕਾਰ ਨੇ ਕਰਨਾ ਹੁੰਦਾ ਹੈ, ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਟੈਕਸ ਦੇ ਰਾਹੀਂ ਤੁਸੀਂ ਪੈਸੇ ਕੱਢ ਕੇ ਆਪਣੇ ਖਜ਼ਾਨੇ ਤਾਂ ਭਰ ਲੈਂਦੇ ਹੋ, ਪਰ ਉਹ ਖਜ਼ਾਨਾ ਲੋਕਾਂ ਤੱਕ ਪਹੁੰਚਣ ਦੀ ਬਜਾਏ ਤੁਹਾਡੇ ਮਹਿਲਾਂ ਨੂੰ ਕਿਵੇਂ ਚਮਕਾਉਂਦਾ ਹੈ, ਇਹਦਾ ਜਵਾਬ ਹੈ ਜਿਹੜਾ ਉਹ ਪੰਜਾਬੀਆਂ ਨੂੰ ਚਾਹੀਦਾ ਹੈ। ਤੁਹਾਡੇ ਠਾਠ ਉਸ ਟੈਕਸ ਦੇ ਖਜ਼ਾਨੇ ਦੇ ਨਾਲ, ਪੰਜਾਬੀਆਂ ਦੇ ਪੈਸੇ ਦੇ ਨਾਲ ਕਿਵੇਂ ਵੱਧ ਰਹੇ ਨੇ? ਕਿਉਂ ਤੁਸੀਂ ਇਸ ਸਿਸਟਮ ਨੂੰ ਠੀਕ ਨਹੀਂ ਕਰ ਪਾ ਰਹੇ? ਕਿਉਂ ਤਾਲਮੇਲ ਨਹੀਂ ਹੈ ਸਿਸਟਮ ਦੀ ਖਰੀਦ ਤੇ ਵੇਚ ਦੇ ਵਿੱਚ? ਕਿਉਂ ਫਰਕ ਹੈ ਤੁਹਾਡੇ ਸਿਸਟਮ ਦੇ ਵਿੱਚ? ਮਹਿੰਗਾਈ ਰੋਜ਼ ਵੱਧਦੀ ਹੈ ਪਰ ਰੁਜ਼ਗਾਰ ਪੈਦਾ ਨਹੀਂ ਹੁੰਦਾ। ਇਹ ਨਖਿੱਧ ਸਿਸਟਮ ਕੌਣ ਬਣਾਉਂਦਾ ਹੈ? ਕਿਉਂ ਇਸ ਨੂੰ ਠੀਕ ਨਹੀਂ ਕਰਦੀਆਂ ਸਰਕਾਰਾਂ? ਕਿਉਂਕਿ ਆਖਿਰਕਾਰ ਇਹ ਸਾਰਾ ਕੰਮ ਸਰਕਾਰ ਦਾ ਹੀ ਹੁੰਦਾ ਹੈ। ਸਰਕਾਰ ਜਿਹੜਾ ਸਿਸਟਮ ਬਣਾਉਂਦੀ ਹੈ ਉਹਦਾ ਹੀ ਹੁੰਦਾ ਹੈ। ਉਹਦੇ ਵਿੱਚ ਇੰਨੀ ਭ੍ਰਿਸ਼ਟਾਚਾਰੀ ਕਿਉਂ ਹੈ ਕਿ ਲੋਕਾਂ ਨੂੰ ਮਰਨਾ ਪੈ ਰਿਹਾ ਹੈ? 1-1 ਰੁਪਈਏ ਦੀ ਖਾਤਰ, ਨੌਕਰੀਆਂ ਲੈਣ ਦੀ ਖਾਤਰ ਉਹਨਾਂ ਨੂੰ ਟਾਵਰਾਂ ਤੇ ਚੜ੍ਹਨਾ ਪੈ ਰਿਹਾ ਹੈ। ਖੈਰ, ਅਸੀਂ ਆਪਣੇ ਪੰਜਾਬੀ ਭਰਾਵਾਂ ਨੂੰ ਜ਼ਰੂਰ ਅਪੀਲ ਕਰਾਂਗੇ ਕਿ ਤੁਸੀਂ ਟਾਵਰ ਤੇ ਭਾਵੇਂ ਬੈਠੇ ਰਹੋ, ਪਰ ਤੁਸੀਂ ਭੁੱਖ ਹੜਤਾਲ ਨੂੰ ਤੋੜ ਦਿਓ। ਭੁੱਖ ਹੜਤਾਲ ਹੈ ਜਿਹੜੀ ਆਪਣੀ ਜਾਨ ਗਵਾਉਣੀ ਹੈ, ਉਹ ਕੋਈ ਰਾਹ ਨਹੀਂ ਹੈ, ਕਿਉਂਕਿ ਜਦੋਂ ਤੱਕ ਇਨਸਾਨ ਦੇ ਕੋਲ ਸਿਹਤਮੰਦ ਸਰੀਰ ਹੈ ਉਦੋਂ ਤੱਕ ਉਹ ਆਪਣੀ ਤਕਦੀਰ ਬਦਲਣ ਦੇ ਯੋਗ ਹੁੰਦਾ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੀ ਪੰਜਾਬ ਦੇ ਵਿੱਚ ਸਕੂਲ ਖੋਲੇ ਜਾਣ ਨੂੰ ਲੈ ਕੇ ਬਿਆਨ ਦਿੱਤਾ ਹੈ। ਕਰੋਨਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ 30 ਅਪ੍ਰੈਲ ਤੱਕ ਸੂਬੇ ਦੇ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦਾ ਜਿਹੜਾ ਐਲਾਨ ਕੀਤਾ ਹੋਇਆ ਤੇ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕਰੋਨਾ ਦੇ ਮਾਮਲੇ ਵਧਣ ਕਾਰਨ ਪੰਜਾਬ ਦੇ ਸਕੂਲਾਂ ਨੂੰ ਖੋਲਣ ਦਾ ਵਿਚਾਰ ਕਰਨਾ ਤੇ ਪੇਪਰ ਲੈਣ ਬਾਰੇ ਸੋਚਣਾ ਬਹੁਤ ਮੁਸ਼ਕਿਲ ਹੈ। ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਦਾ ਮੁੱਦਾ ਹੈ ਤੇ ਇਹੀ ਸਾਡੇ ਲਈ ਮੁੱਖ ਮੁੱਦਾ ਹੈ ਤੇ ਸਰਕਾਰ ਨੇ ਸੋਚ ਸਮਝ ਕੇ ਹੀ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਸਕੂਲ ਬੰਦ ਕਰਨ ਦੇ ਵਿੱਚ ਕੋਈ ਸਾਨੂੰ ਇਹ ਦੱਸੇ ਕਿ ਸਕੂਲ ਬੰਦ ਕਰਨ ਨਾਲ ਸਰਕਾਰ ਦਾ ਕੀ ਸਵਾਰਥ ਹੋ ਸਕਦਾ ਹੈ। ਕਰੋਨਾ ਇਕੱਲੇ ਪੰਜਾਬ ਦੇ ਵਿੱਚ ਨਹੀਂ ਬਲਕਿ ਸਾਰੇ ਵਰਲਡ ਦੇ ਲਈ ਇਹ ਸਿਰਦਰਦੀ ਬਣੀ ਹੋਈ ਹੈ। ਇਸ ਕਰਕੇ ਅਜਿਹੇ ਮਾਹੌਲ 'ਚ ਸਕੂਲ ਖੋਲਣ ਦਾ ਸਵਾਲ ਪੈਦਾ ਨਹੀਂ ਹੁੰਦਾ। ਸੋ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਕਹਿ ਰਹੇ ਨੇ ਕਿ ਅਸੀਂ ਸਕੂਲ ਖੋਲਾਂਗੇ, ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ 12 ਅਪ੍ਰੈਲ ਨੂੰ ਸਕੂਲ ਖੋਲੇ ਜਾਣਗੇ। ਹਾਲਾਂਕਿ ਇਸ ਬਾਰੇ ਸਾਨੂੰ ਹਜੇ ਕੋਈ ਜਾਣਕਾਰੀ ਮਿਲੀ ਨਹੀਂ ਹੈ, ਪਰ ਇੱਕ ਲੜਾਈ ਹੈ ਸਰਕਾਰ ਦੇ ਵਿੱਚ ਤੇ ਨਿੱਜੀ ਸਕੂਲਾਂ ਦੇ ਵਿਚਕਾਰ, ਉਹ ਜ਼ਰੂਰ ਚੱਲ ਰਹੀ ਹੈ। ਸੋ ਇਹ ਜਿਹੜੀ ਖਾਸ ਰਿਪੋਰਟ ਤੁਹਾਨੂੰ ਦੱਸਦੇ ਵਕਤ ਹੀ ਸਾਨੂੰ ਜਾਣਕਾਰੀ ਮਿਲੀ ਹੈ ਕਿ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਬੇਰੁਜ਼ਗਾਰ ਅਧਿਆਪਕਾਂ ਦੀਆਂ ਜਿਹੜੀਆਂ ਜੋ ਜਾਇਜ਼ ਮੰਗਾਂ ਸੀ ਉਹ ਅਸੀਂ ਮੰਨ ਲਈਆਂ ਨੇ। ਨੌਕਰੀ ਓਨੇ ਹੀ ਅਧਿਆਪਕਾਂ ਨੂੰ ਮਿਲੇਗੀ ਜਿੰਨੀਆਂ ਸਕੂਲਾਂ ਦੇ ਵਿੱਚ ਅਸਾਮੀਆਂ ਨੇ, ਉਸ ਤੋਂ ਵੱਧ ਨੌਕਰੀਆਂ ਅਸੀਂ ਪੈਦਾ ਨਹੀਂ ਕਰ ਸਕਦੇ। ਸਿੰਗਲਾ ਨੇ ਕਿਹਾ ਕਿ ਸਰਕਾਰ ਨੇ 22,000 ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ ਨਿਯੁਕਤ ਕੀਤਾ ਹੈ। 8,000 ਹੋਰ ਨਿਯੁਕਤੀਆਂ ਦਾ ਵੀ ਇਸ਼ਤਿਹਾਰ ਜਾਰੀ ਹੋ ਗਿਆ ਹੈ ਤੇ ਕੈਪਟਨ ਸਰਕਾਰ ਵਾਅਦੇ ਪੂਰੇ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੇਗੀ। ਸੋ ਇਹ ਸਰਕਾਰ ਦਾ ਜਿਹੜਾ ਬਿਆਨ ਆ ਗਿਆ ਹੈ, ਜਿਹੜਾ ਸਾਫ਼ ਦੱਸਦਾ ਹੈ ਕਿ ਬੇਰੁਜ਼ਗਾਰ ਅਧਿਆਪਕ ਈਟੀਟੀ ਟੈਟ ਪਾਸ ਅਧਿਆਪਕ ਜਿੰਨਾ ਮਰਜ਼ੀ ਸੰਘਰਸ਼ ਕਰੀ ਜਾਣ, ਜਿੰਨੇ ਮਰਜ਼ੀ ਟਾਵਰਾਂ ਤੇ ਚੜੀ ਜਾਣ, ਸਰਕਾਰ ਨੇ ਆਪਣਾ ਪੱਖ ਰੱਖ ਦਿੱਤਾ ਹੈ ਕਿ ਓਨੇ ਹੀ ਅਧਿਆਪਕਾਂ ਨੂੰ ਨੌਕਰੀ ਮਿਲੇਗੀ ਜਿੰਨੀਆਂ ਸਕੂਲਾਂ ਦੇ ਵਿੱਚ ਅਸਾਮੀਆਂ ਨੇ। ਪਰ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਸਕੂਲਾਂ ਦੇ ਵਿੱਚ ਜਿੰਨੀਆਂ ਅਸਾਮੀਆਂ ਨੇ ਕੀ ਉਹ ਸਾਰੀਆਂ ਭਰੀਆਂ ਹੋਈਆਂ ਨੇ? ਕਿਉਂ ਫਿਰ ਅਧਿਆਪਕ ਨੇ ਜਿਹੜੇ ਕਿ ਉਹ ਝੂਠੀ ਮੰਗ ਕਰ ਰਹੇ ਨੇ ਕਿ ਇੰਨੀਆਂ ਅਸਾਮੀਆਂ ਹੋਰ ਨੇ ਜਿਹੜੀਆਂ ਉਹ ਕੱਢੀਆਂ ਜਾਣ, ਇੰਨੀਆਂ ਭਰਤੀਆਂ ਹੋਰ ਕੀਤੀਆਂ ਜਾਣ। ਸੋ ਇਹ ਸਰਕਾਰ ਦਾ ਜਿਹੜਾ ਪੱਖ ਹੈ ਉਹ ਵੀ ਸਾਹਮਣੇ ਆ ਹੀ ਗਿਆ। ਅਗਲੀ ਖਬਰ ਕਰੋਨਾ ਦੇ ਨਾਲ ਜੁੜੀ ਹੋਈ ਹੈ ਕਿ ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਜਿਹੜੀ ਮੋਦੀ ਸਰਕਾਰ ਨੇ ਕੇਂਦਰੀ ਟੀਮ ਭੇਜੀ ਸੀ, ਉਸਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਨ ਤੋਂ ਬਾਅਦ ਸਿਹਤ ਮੰਤਰੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਉਹਦੇ ਵਿੱਚ ਕਈ ਖੁਲਾਸੇ ਕੀਤੇ ਨੇ ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਪੰਜਾਬੀ ਲੋਕ ਜਾਂ ਫਿਰ ਸਰਕਾਰ ਨੂੰ ਕਰੋਨਾ ਦੀ ਕੋਈ ਬਹੁਤੀ ਪਰਵਾਹ ਨਹੀਂ ਹੈ। ਰਿਪੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕਰੋਨਾ ਮਹਾਮਾਰੀ ਨੂੰ ਰੋਕਣ ਲਈ ਕੀਤੇ ਪ੍ਰਬੰਧਾਂ ਦੇ ਵਿੱਚ ਇਸ ਟੀਮ ਨੇ ਕੁਝ ਕਮੀਆਂ ਦੱਸੀਆਂ ਨੇ। ਪੰਜਾਬ ਦੇ ਲਾਲ ਜ਼ੋਨ ਵਾਲੇ 8 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਕਰੋਨਾ ਦੇ ਮਾਮਲੇ ਵੱਧ ਰਹੇ ਨੇ, ਉੱਥੇ ਟੀਮ ਨੇ ਦੌਰਾ ਕੀਤਾ ਤੇ ਦੱਸਿਆ ਕਿ ਇੱਥੇ ICU ਬੈੱਡਾਂ ਦੀ ਕਮੀ ਹੈ। ਪੰਜਾਬ ਦੇ ਵਿੱਚ ਕਰੋਨਾ ਟੈਸਟਿੰਗ ਅਤੇ ਟ੍ਰੇਸਿੰਗ ਦੀ ਵੀ ਘਾਟ ਹੈ। ਰੋਪੜ ਦੇ ਵਿੱਚ RT-PCR ਟੈਸਟ ਲੈਬਾਂ ਨਹੀਂ ਹਨ। ਮੋਹਾਲੀ ਤੇ ਰੋਪੜ ਵਿੱਚ ਕੋਈ ਕੋਵਿਡ ਹਸਪਤਾਲ ਹੀ ਨਹੀਂ ਹੈ। ਪਟਿਆਲਾ, ਮੋਹਾਲੀ ਤੇ ਰੋਪੜ ਵਿੱਚ ਹੈਲਥ ਕੇਅਰ ਸਟਾਫ ਦੀ ਕਮੀ ਹੈ। ਮੋਹਾਲੀ ਦੇ ਵਿੱਚ ਸਟਾਫ ਦੀ ਕਮੀ ਕਾਰਨ ਕੰਟਰੈਕਟ ਟ੍ਰੇਸਿੰਗ ਤੇ ਅਸਰ ਪੈ ਰਿਹਾ, ਜਦਕਿ ਮੋਹਾਲੀ ਦੇ ਵਿੱਚ ਮਾਮਲੇ ਵੱਧ ਰਹੇ ਨੇ। ਟੀਮ ਨੇ ਦੱਸਿਆ ਕਿ ਲੁਧਿਆਣਾ ਤੇ ਪਟਿਆਲਾ ਵਿੱਚ ਕੰਟਰੈਕਟ ਟ੍ਰੇਸਿੰਗ ਵਧਾਉਣੀ ਹੋਏਗੀ। ਪਟਿਆਲਾ ਤੇ ਲੁਧਿਆਣਾ ਵਿੱਚ ਕਰੋਨਾ ਵੈਕਸੀਨੇਸ਼ਨ ਦੀ ਰਫ਼ਤਾਰ ਕਾਫੀ ਘੱਟ ਹੈ। ਨਵਾਂ ਸ਼ਹਿਰ ਦੇ ਵਿੱਚ ਵੈਂਟੀਲੇਟਰਾਂ ਦੀ ਘਾਟ ਹੈ। ਟੀਮ ਨੇ ਕਿਹਾ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਰੋਨਾ ਦੇ ਨਿਯਮਾਂ ਦਾ ਪਾਲਣ ਲੋਕ ਨਹੀਂ ਕਰ ਰਹੇ। ਗੱਲ ਬਹਿਬਲ ਕਲਾਂ ਗੋਲੀकांड ਦੀ ਕਰਾਂਗੇ। ਪੰਜਾਬ ਦੇ ਵਿੱਚ ਬੇਅਦਬੀ ਦਾ ਜਿਹੜਾ ਮੁੱਦਾ ਹੈ ਉਹ ਪਿਛਲੇ 6 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਪਰ ਹੱਲ ਨਹੀਂ ਹੋ ਪਾ ਰਿਹਾ। ਇਸ ਮਸਲੇ ਦੇ ਵਿੱਚ ਹੁਣ ਜਦੋਂ ਤੋਂ ਹਾਈ ਕੋਰਟ ਨੇ ਆਪਣਾ ਵਰਡਿਕਟ ਦਿੱਤਾ ਹੈ, ਆਪਣਾ ਫੈਸਲਾ ਸੁਣਾਇਆ ਹੈ ਕਿ ਜਿਹੜੀ ਪੰਜਾਬ ਪੁਲਿਸ ਦੀ ਸਿੱਟ ਹੈ ਉਸ ਦੀ ਜਾਂਚ ਨੂੰ ਅਸੀਂ ਖਾਰਜ ਕਰਦੇ ਹਾਂ, ਨਵੀਂ ਜਾਂਚ ਟੀਮ ਬਣਾ ਦਿਓ। ਉਸ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ, ਸਿਆਸੀ ਲੀਡਰ ਇਸ ਮੁੱਦੇ ਤੇ ਫਿਰ ਸਿਆਸਤ ਕਰਨੀ ਸ਼ੁਰੂ ਹੋ ਗਏ ਨੇ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਬੇਅਦਬੀ ਮਾਮਲਿਆਂ ਵਿੱਚ IG ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਜਾਂਚ ਕਰ ਰਹੀ ਸਿੱਟ ਦੀ ਜਾਂਚ ਨੂੰ ਰੱਦ ਕਰਨਾ ਮੰਦਭਾਗਾ ਹੈ। ਹਾਈ ਕੋਰਟ ਦੇ ਇਸ ਫੈਸਲੇ ਦੇ ਨਾਲ ਸਭ ਨੂੰ ਨਿਰਾਸ਼ਾ ਹੋਈ ਹੈ, ਖਾਸ ਕਰਕੇ ਸਿੱਖ ਕੌਮ ਨੂੰ ਜ਼ਿਆਦਾ ਠੇਸ ਪਹੁੰਚੀ ਹੈ। ਸਭ ਨੂੰ ਪਤਾ ਹੈ ਕਿ ਬੇਅਦਬੀ ਕਾਂਡ ਦੇ ਪਿੱਛੇ ਕਿਹਦਾ ਹੱਥ ਹੈ। ਜਰਨੈਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਈ ਲੋੜ ਨਹੀਂ ਹੈ, ਅਕਾਲੀ ਦਲ ਪਹਿਲਾਂ ਹੀ ਬਦਨਾਮ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਦਾਅਵਾ ਕਰ ਰਹੇ ਨੇ ਕਿ ਅਸੀਂ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਵਾਂਗੇ, ਇਹ ਸਿਰਫ ਇੱਕ ਖਾਨਾ ਪੂਰਤੀ ਹੈ। ਕੈਪਟਨ ਸਰਕਾਰ ਵੱਲੋਂ ਇਸ ਮਸਲੇ ਨੂੰ ਜਾਣਬੁੱਝ ਕੇ ਕਮਜ਼ੋਰ ਕੀਤਾ ਗਿਆ। ਹਾਈ ਕੋਰਟ ਦੇ ਇਸ ਫੈਸਲੇ ਨੇ ਕੈਪਟਨ ਸਰਕਾਰ ਤੇ ਬਾਦਲ ਪਰਿਵਾਰ ਦੀ ਮਿਲੀ ਭੁਗਤ ਹੋਣ ਦਾ ਇੱਕ ਵਾਰੀ ਮੁੜ ਤੋਂ ਸਬੂਤ ਦਿੱਤਾ ਹੈ। ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਇਸ ਵੱਡੇ ਲੀਡਰ ਦਾ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਦਾਅਵਾ ਕਰ ਰਹੇ ਨੇ ਕਿ ਅਸੀਂ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਜਾਵਾਂਗੇ, ਉਹਨਾਂ ਨੇ ਸੁਖਬੀਰ ਬਾਦਲ ਨੂੰ ਵਰਜਿਆ ਕਿ ਸੁਖਬੀਰ ਬਾਦਲ ਜਸ਼ਨ ਮਨਾਉਣੇ ਬੰਦ ਕਰੇ। ਕਿਹਾ ਕਿ ਇਹ ਮਾਮਲਾ ਹਾਲੇ ਖਤਮ ਨਹੀਂ ਹੋਇਆ, ਜਦੋਂ ਕਿ ਸੁਖਬੀਰ ਬਾਦਲ ਅਦਾਲਤ ਦਾ ਅਧਿਕਾਰਿਤ ਫੈਸਲਾ ਉਡੀਕੇ ਬਿਨਾਂ ਹੀ ਜਸ਼ਨ ਮਨਾ ਰਹੇ ਨੇ।
ਸੁਖਬੀਰ ਬਾਦਲ ਵੱਲੋਂ ਹਾਈਕੋਰਟ ਦੇ ਫੈਸਲੇ ਤੇ ਜਿਹੜਾ ਪ੍ਰਤੀਕਰਮ ਦਿੱਤਾ ਗਿਆ ਉਸ ਤੇ ਮੁੱਖ ਮੰਤਰੀ ਨੇ ਕਿਹਾ ਕਿ ਹਾਲੇ ਤੱਕ ਅਦਾਲਤ ਦੇ ਫੈਸਲੇ ਦਾ ਅਧਿਕਾਰਤ ਤੌਰ ਤੇ ਕੋਈ ਐਲਾਨ ਨਹੀਂ ਹੋਇਆ। ਇਸ ਕਰਕੇ ਸੁਖਬੀਰ ਬਾਦਲ ਨੂੰ ਥੋੜਾ ਹਜੇ ਸਬਰ ਰੱਖਣਾ ਚਾਹੀਦਾ ਹੈ ਤੇ ਕੈਪਟਨ ਨੇ ਕਿਹਾ ਕਿ ਹਾਈਕੋਰਟ ਦਾ ਫੈਸਲਾ ਜੋ ਮਰਜ਼ੀ ਹੋਵੇ, ਅਸੀਂ SIT ਦੇ ਨਾਲ ਖੜੇ ਹਾਂ, ਅਸੀਂ ਇਸ ਜਾਂਚ ਦੇ ਨਾਲ ਖੜੇ ਹਾਂ। ਕਿਸੇ ਵੀ ਪੱਖ ਤੋਂ ਬਾਦਲ ਪਰਿਵਾਰ ਨੂੰ ਇਸ ਘਟਨਾ ਦੇ ਵਿੱਚ ਸ਼ਮੂਲੀਅਤ ਤੋਂ ਮੁਕਤ ਅਸੀਂ ਨਹੀਂ ਕੀਤਾ। ਉਹਨਾਂ ਦੇ ਇਸ ਘਿਨਾਉਣੇ ਕਾਰੇ ਦੇ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੇ ਲਈ ਅਸੀਂ ਬਿਲਕੁਲ ਪਾਬੰਦ ਹੈਗੇ ਆ ਤੇ ਇਨਸਾਫ ਜ਼ਰੂਰ ਦਿਵਾ ਕੇ ਹਟਾਂਗੇ। ਕੈਪਟਨ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ SIT ਨੇ ਹੁਣ ਤੱਕ ਕੋਟਕਪੂਰਾ ਮਾਮਲੇ ਦੇ ਵਿੱਚ ਕੋਟਕਪੂਰਾ ਦੇ ਤਤਕਾਲੀ ਅਕਾਲੀ ਵਿਧਾਇਕ ਤੇ ਹਲਕਾ ਇੰਚਾਰਜ ਮਨਤਾਰ ਸਿੰਘ ਬਰਾੜ ਸਮੇਤ 6 ਵਿਅਕਤੀਆਂ ਖਿਲਾਫ ਦੋਸ਼ ਪੱਤਰ ਦਾਖਲ ਕੀਤੇ ਨੇ। ਕੈਪਟਨ ਨੇ ਕਿਹਾ ਕਿ ਸੁਖਬੀਰ ਜਿਹੜਾ ਬਦਲਾ ਖੋਰੀ ਦਾ ਰੌਲਾ ਪਾ ਕੇ ਸ਼ਿਕੰਜੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹਦੇ ਵਿੱਚੋਂ ਕਾਮਯਾਬ ਨਹੀਂ ਹੋਏਗਾ ਕਿਉਂਕਿ ਇਸ ਵਿੱਚ ਬਰਾੜ ਖਿਲਾਫ ਦਾਇਰ ਚਾਰਜ ਸ਼ੀਟ ਵਿੱਚ ਪਹਿਲਾਂ ਹੀ ਸੁਖਬੀਰ ਬਾਦਲ ਫਸੇ ਹੋਏ ਨੇ। ਮੁੱਖ ਮੰਤਰੀ ਨੇ ਦੱਸਿਆ ਕਿ ਬਾਦਲ ਪਰਿਵਾਰ ਨੇ ਪਿਛਲੇ 4 ਸਾਲਾਂ ਦੌਰਾਨ ਜਾਂਚ ਦੇ ਵਿੱਚ ਰੁਕਾਵਟ ਖੜੀ ਕਰਨ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਪਹਿਲੀ ਦਫਾ CBI ਨੂੰ ਇਸ ਮਾਮਲੇ ਦੀ ਜਾਂਚ ਸੌਂਪੇ ਜਾਣ ਦੇ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਰਿਹਾ ਤੇ CBI ਨੇ ਇਸ ਮਾਮਲੇ ਦੀ ਕੋਈ ਚੱਜ ਨਾਲ ਜਾਂਚ ਨਹੀਂ ਕੀਤੀ ਤੇ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਜਵਾਬ ਦੇਣ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਵੀ ਜਵਾਬ ਦਿੱਤਾ ਕਿਉਂਕਿ ਭਗਵੰਤ ਮਾਨ ਨੇ ਜਿਹੜੀ PC ਕੀਤੀ ਸੀ ਉਹਦੇ ਵਿੱਚ ਮਿਲੀਭੁਗਤ ਦੇ ਇਲਜ਼ਾਮ ਲਾਏ ਕਿ ਕੈਪਟਨ ਤੇ ਬਾਦਲ ਰਲੇ ਹੋਏ ਨੇ। ਤਾਂ ਕੈਪਟਨ ਨੇ ਕਿਹਾ ਕਿ ਸੁਖਬੀਰ ਵਾਂਗੂ ਭਗਵੰਤ ਮਾਨ ਵੀ ਹਾਈ ਕੋਰਟ ਦੀ ਸਮਝ ਨੂੰ ਜਾਣੇ ਬਿਨਾ ਹੀ ਬੋਲ ਰਿਹਾ ਹੈ। ਦਰਅਸਲ ਭਗਵੰਤ ਮਾਨ ਨੇ ਕੀ ਕਿਹਾ ਸੀ ਉਹ ਵੀ ਤੁਹਾਨੂੰ ਦੱਸਾਂਗੇ। ਸੁਖਬੀਰ ਬਾਦਲ ਨੇ ਹੁਣ ਕਿਹੜਾ ਜਸ਼ਨ ਮਨਾਇਆ ਸੀ ਉਹਨੂੰ ਵੀ ਆਪਾਂ ਸੁਣ ਲੈਂਦੇ ਹਾਂ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਵਾਬ ਦਿੱਤਾ ਹੈ ਕਿ ਕੈਪਟਨ ਦੀ ਸਿਆਸਤ ਝੂਠ ਤੇ ਨਿਰਭਰ ਹੈ। ਦੋਸ਼ੀਆਂ ਨੂੰ ਲੱਭਣਾ ਕੈਪਟਨ ਦਾ ਮਕਸਦ ਨਹੀਂ ਸੀ ਬਲਕਿ ਕੈਪਟਨ ਦਾ ਮਕਸਦ ਬਾਦਲ ਪਰਿਵਾਰ ਨੂੰ ਬਦਨਾਮ ਕਰਨਾ ਸੀ। ਕਹਿੰਦੇ ਸਿੱਟ ਨੂੰ ਕੈਪਟਨ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਸੀ ਕਿ ਦੋਸ਼ੀਆਂ ਦੇ ਪਿੱਛੇ ਨਹੀਂ, ਤੁਸੀਂ ਬਾਦਲ ਤੇ ਅਕਾਲੀਆਂ ਦੇ ਪਿੱਛੇ ਜਾਣਾ ਹੈ। ਤੇ ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ 4 ਸਾਲ ਸਿਰਫ ਇੱਕ ਝੂਠੀ ਜਾਂਚ ਦੇ ਪਿੱਛੇ ਬਰਬਾਦ ਕਰ ਦਿੱਤੇ ਕਿਉਂਕਿ ਹੁਣ ਹਾਈ ਕੋਰਟ ਦੇ ਹੁਕਮਾਂ ਨੇ ਸਾਫ਼ ਕਰ ਦਿੱਤਾ ਹੈ ਕਿ ਕਪਤਾਨ ਸਿਰਫ ਸਿਆਸੀ ਲੜਾਈ ਸਾਡੇ ਨਾਲ ਲੜ ਰਿਹਾ ਸੀ, ਸਿਆਸੀ ਬਦਲਾਖੋਰੀ ਕੱਢ ਰਿਹਾ ਸੀ, ਪਰ ਹੁਣ ਸਾਡੇ ਤੋਂ ਵੱਡਾ ਦਾਗ ਲੈ ਗਿਆ ਕਿਉਂਕਿ ਅਸੀਂ ਨਾ ਬੇਅਦਬੀ ਕੀਤੀ ਨਾ ਕਰਵਾਈ। ਤੇ ਸੁਖਬੀਰ ਨੇ ਇਹ ਵੀ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ ਤੇ ਨਾ ਹੀ ਕੱਖ ਰਹਿਣਾ ਤੇ ਕਾਂਗਰਸ ਦਾ ਵੀ ਕੱਖ ਨਹੀਂ ਰਹਿਣਾ। ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਇਹਦੀ ਸਿਆਸਤ ਝੂਠ ਤੇ ਨਿਰਭਰ ਹੈ। ਉਹਦੀ ਸਿਆਸਤ ਦੋਸ਼ੀਆਂ ਨੂੰ ਲੱਭਣਾ ਨਹੀਂ ਸੀ, ਉਹਦੀ ਸੋਚ ਦੋਸ਼ੀਆਂ ਨੂੰ ਲੱਭਣਾ ਨਹੀਂ ਸੀ। ਕੈਪਟਨ ਦੀ ਸੋਚ ਸੀ ਸਿਆਸੀ ਲੜਾਈ ਲੜਨੀ, ਵਡੇਟਾ ਪੋਲਿਟਿਕਸ, ਨਿਸ਼ਾਨਾ ਇੱਕੋ ਇੱਕ ਸੀ ਕਿ ਬਾਦਲ ਪਰਿਵਾਰ ਨੂੰ, ਅਕਾਲੀ ਦਲ ਨੂੰ ਬਦਨਾਮ ਕਰਨਾ। ਇਲੈਕਸ਼ਨ ਤੋਂ ਪਹਿਲੇ ਗੁੜਕਾ ਸਾਹਿਬ ਦੀ ਸਹੁੰ ਖਾਧੀ ਕਿ ਮੈਂ ਦੋਸ਼ੀਆਂ ਨੂੰ ਫੜੂੰਗਾ। 4 ਸਾਲ ਹੋ ਗਏ, ਫੜਨਾ ਕੀ ਸੀ? ਜਿਹੜੀ SIT ਬਣਾਈ ਸੀ, SIT ਨੂੰ ਕੀ ਕਿਹਾ? ਦੋਸ਼ੀਆਂ ਮਗਰ ਨਹੀਂ ਜਾਣਾ, ਉਹਨੂੰ ਕਿਹਾ ਬਾਦਲ ਪਰਿਵਾਰ ਤੇ ਅਕਾਲੀ ਦਲ ਦੇ ਮਗਰ ਜਾਣਾ। 4 ਸਾਲ ਬਰਬਾਦ ਕਰਤੇ। ਹਾਈ ਕੋਰਟ ਦੇ ਆਰਡਰ ਸਪਸ਼ਟ ਹੈ। ਉਹਨਾਂ ਨੇ ਕਿਹਾ ਕਿ ਆ ਜਿਹੜਾ SIT ਬਣੀ ਹੈ, ਕੰਵਰ ਵਿਜੇ ਪ੍ਰਤਾਪ ਥੱਲੇ SIT ਬਣੀ ਹੈ, ਇਹਦੇ ਬਾਇਸ ਹੈ, ਇਹਦਾ ਨਿਸ਼ਾਨਾ ਕੋਈ ਫੜਨਾ ਨਹੀਂ, ਬਦਨਾਮ ਕਰਨਾ ਹੈ। ਸੋ ਹੁਣ ਭਗਵੰਤ ਮਾਨ ਨੇ ਐਤਵਾਰ ਨੂੰ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਉਹਨੇ ਕੀ ਕਿਹਾ ਸੀ? ਹੁਣ ਕੈਪਟਨ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਜਾਂ ਫਿਰ ਬਾਦਲ ਪਰਿਵਾਰ ਦੋਸ਼ੀ ਹੈ। ਸੁਖਬੀਰ ਕਹਿ ਰਹੇ ਨੇ ਕਿ ਅਸੀਂ ਹੁਣ ਜਿਹੜੇ ਦੁੱਧ ਧੋਤੇ ਹੋ ਗਏ ਆ, ਹਾਈ ਕੋਰਟ ਦੇ ਹੁਕਮਾਂ ਦੇ ਨਾਲ ਸਾਰਾ ਸਾਫ਼ ਹੋ ਗਿਆ ਕਿ ਜਿਹੜੀ ਸਿੱਟ ਹੈ ਉਹ ਗਲਤ ਤਰੀਕੇ ਨਾਲ ਜਾਂਚ ਕਰ ਰਹੀ ਸੀ। ਪਰ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਕਹਿ ਰਹੇ ਨੇ ਕਿ ਦੋਵੇਂ ਰਲੇ ਹੋਏ ਨੇ। ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀ ਭੁਗਤ ਹੈ ਤੇ ਦਾਅਵਾ ਕੀਤਾ ਹੈ ਭਗਵੰਤ ਮਾਨ ਨੇ ਕਿ ਜਿਹੜਾ ਹਾਈ ਕੋਰਟ ਦਾ ਫੈਸਲਾ ਹੈ ਇਹ ਹਾਈ ਕੋਰਟ ਦਾ ਨਹੀਂ ਹੈਗਾ ਬਲਕਿ ਬਾਦਲਾਂ ਤੇ ਕੈਪਟਨ ਦੀ ਮਿਲੀ ਭੁਗਤ ਦਾ ਫੈਸਲਾ ਹੈ। ਮਾਨ ਨੇ ਇਲਜ਼ਾਮ ਲਾਇਆ ਕਿ ਬਾਦਲਾਂ ਤੇ ਕੈਪਟਨ ਦੀ ਸਰਕਾਰ, ਜੇ ਤੂੰ ਆ ਗਿਆ ਤਾਂ ਮੈਨੂੰ ਕੁਛ ਨਾ ਕਹੀਂ ਤੇ ਜੇ ਮੈਂ ਆ ਗਿਆ ਤਾਂ ਮੈਂ ਤੈਨੂੰ ਕੁਛ ਨਹੀਂ ਕਹਿਣਾ, ਇਸ ਫਾਰਮੂਲੇ ਤੇ ਹੀ ਚੱਲ ਰਹੀ ਹੈ। ਦਾਅਵਾ ਕੀਤਾ ਮਾਨ ਨੇ ਕਿ ਹਾਈ ਕੋਰਟ ਦਾ ਫੈਸਲਾ ਨਹੀਂ ਹੈ, ਦੋਵਾਂ ਦਾ ਫੈਸਲਾ ਹੈ ਤੇ ਕੈਪਟਨ ਸਰਕਾਰ ਨੇ ਜਾਣਬੁੱਝ ਕੇ ਕੇਸ ਨੂੰ ਕਮਜ਼ੋਰ ਕੀਤਾ ਹੈ। IG ਅਤੁਲ ਨੰਦਾ ਦੇ ਵਕੀਲਾਂ ਨੇ ਕੋਈ ਪੱਖ ਹੀ ਨਹੀਂ ਰੱਖਿਆ ਅਦਾਲਤ ਦੇ ਵਿੱਚ ਤੇ ਅਦਾਲਤ ਨੇ ਚੁੱਪਚਾਪ ਉਹ ਜਿਹੜਾ ਮੁਲਜ਼ਮ ਹੈਗਾ, ਜਿਹੜਾ ਮੁਲਜ਼ਮ ਪੁਲਿਸ ਮੁਲਾਜ਼ਮ ਪਹੁੰਚਿਆ ਹੈ ਗੁਰਦੀਪ ਸਿੰਘ ਪੰਧੇਰ ਹਾਈ ਕੋਰਟ ਦੇ ਵਿੱਚ, ਉਸ ਦੀ ਗੱਲ ਮੰਨ ਕੇ ਉਹਨਾਂ ਨੇ ਸਾਰੀ ਸਿੱਟ ਦੀ ਜਾਂਚ ਹੀ ਰੱਦ ਕਰ ਦਿੱਤੀ ਤੇ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ IG ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਤੇ ਭਰੋਸਾ ਕਰਦੇ ਹਾਂ। ਹਾਈ ਕੋਰਟ ਦਾ ਫੈਸਲਾ ਘੱਟ ਹੈ, ਇਹ ਕੈਪਟਨ ਤੇ ਬਾਦਲਾਂ ਦੀ ਆਪਸੀ ਗੰਢ ਧੁੱਪ ਦਾ ਫੈਸਲਾ ਜ਼ਿਆਦਾ ਹੈ। ਅਤੁਲ ਨੰਦਾ ਜਿਹੜੇ ਕਿ AG ਨੇ ਸਾਡੇ,
ਉਹਨਾਂ ਨੇ ਜਿਹੜੇ ਵਕੀਲ ਉੱਥੇ ਭੇਜੇ ਉਹ ਜਾਣ ਬੁੱਝ ਕੇ ਇੰਨਾ ਕਮਜ਼ੋਰ ਕੇਸ ਕੀਤਾ ਉਹਨਾਂ ਨੇ ਕਿ ਹਾਈ ਕੋਰਟ ਨੂੰ ਇਹ ਫੈਸਲਾ ਦੇਣਾ ਪਿਆ। ਤਾਂ ਲੋਕ ਤਾਂ ਕਹਿੰਦੇ ਨੇ ਕਿ ਇਹਨਾਂ ਤੋਂ ਕੀ ਉਮੀਦ ਕਰ ਸਕਦੇ ਹਾਂ ਜੀ ਕਿ ਪ੍ਰਕਾਸ਼ ਸਿੰਘ ਬਾਦਲ 2016 ਦੇ ਲਗਭਗ ਇਹਨਾਂ ਦਿਨਾਂ ਦੇ ਵਿੱਚ ਹੀ ਆਪਣੀ ਸਰਕਾਰ ਦੇ ਜਾਂਦੇ ਜਾਂਦੇ ਕੈਪਟਨ ਸਾਹਿਬ ਤੋਂ ਸਾਰੇ ਕੇਸ ਉਹਨਾਂ ਨੇ ਵਾਪਸ ਲੈ ਲਏ ਸੀ, ਜਿਹੜੇ ਕੈਪਟਨ ਸਾਹਿਬ ਦੇ ਕੇਸ ਚੱਲਦੇ ਸੀ, ਤੇ ਉਹਦਾ ਵਿਆਜ ਸਮੇਤ ਭੁਗਤਾਨ ਹੁਣ ਕੈਪਟਨ ਸਾਹਿਬ ਕਰ ਰਹੇ ਨੇ ਕਿ ਸਰਕਾਰ ਉਹਨਾਂ ਦੀ ਵੀ ਜਾ ਰਹੀ ਹੈ। ਹੁਣ 2022 ਸਰਕਾਰ ਨਹੀਂ ਆ ਰਹੀ, ਜਾਂਦੇ ਜਾਂਦੇ ਉਹ ਬਾਦਲਾਂ ਦੇ ਖਿਲਾਫ ਜਿਹੜੇ ਨੇ ਉਹ ਕੇਸ ਵਾਪਸ ਲੈ ਰਹੇ ਨੇ। ਫਰਕ ਇੰਨਾ ਕਿ ਕੈਪਟਨ ਸਾਹਿਬ ਦੇ ਖਿਲਾਫ ਜਿਹੜੇ ਕੇਸ ਸੀ ਉਹਨਾਂ ਦੇ ਵਿੱਚ ਗਵਾਹ ਮੁੱਕਰੇ ਸੀ ਤੇ ਬਾਦਲਾਂ ਦੇ ਖਿਲਾਫ ਜਿਹੜੇ ਕੇਸ ਨੇ ਇਹਦੇ 'ਚ ਵਕੀਲ ਮੁੱਕਰੇ ਨੇ। ਤੇ ਇਸੇ ਮਾਮਲੇ ਦੇ ਵਿੱਚ ਕੋਟਕਪੂਰਾ ਦੇ ਵਿੱਚ ਸਿੱਖ ਸੰਗਤ ਅਤੇ ਪੀੜਤ ਪਰਿਵਾਰਾਂ ਨੇ 13 ਅਪ੍ਰੈਲ ਨੂੰ ਯਾਨੀ ਕਿ ਵਿਸਾਖੀ ਵਾਲੇ ਦਿਨ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਂਕ ਵਿੱਚ ਧਰਨਾ ਲਾਉਣ ਦਾ ਐਲਾਨ ਕੀਤਾ ਹੈ। ਬਾਈਬਲ ਕਲਾਂ ਗੋਲੀकांड ਦੇ ਪੀੜਤ ਨੌਜਵਾਨ ਸੁਖਰਾਜ ਸਿੰਘ ਨੇ ਸਿੱਖ ਸੰਗਤ ਨੂੰ ਵੱਡੀ ਗਿਣਤੀ ਵਿੱਚ ਧਰਨੇ 'ਚ ਪਹੁੰਚਣ ਦੀ ਅਪੀਲ ਕੀਤੀ ਹੈ। ਕੋਟਕਪੂਰਾ ਹਲਕੇ ਤੋਂ ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਵੀ ਕਿਹਾ ਕਿ ਬਾਦਲ ਪਰਿਵਾਰ ਨੂੰ ਬਚਾਉਣ ਦੇ ਲਈ ਕੈਪਟਨ ਸਰਕਾਰ ਨੇ ਹਾਈ ਕੋਰਟ 'ਚ ਜਾਣਬੁੱਝ ਕੇ ਆਪਣਾ ਪੱਖ ਮਜ਼ਬੂਤੀ ਦੇ ਨਾਲ ਨਹੀਂ ਪੇਸ਼ ਕੀਤਾ ਤੇ ਇਸ ਫੈਸਲੇ ਦੇ ਨਾਲ ਇਨਸਾਫ ਦੀ ਆਸ ਸਾਲਾਂ ਤੋਂ ਲਾ ਕੇ ਬੈਠੀ ਸਿੱਖ ਸੰਗਤ ਦੇ ਮਨਾਂ ਨੂੰ ਵੱਡੀ ਠੇਸ ਪਹੁੰਚੀ ਹੈ। ਬਾਈਬਲ ਕਲਾਂ ਗੋਲੀकांड ਦੇ ਨਾਲ ਐਮਪੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਹੋਰ ਮੁੱਦੇ ਤੇ ਵੀ ਘੇਰਿਆ ਹੈ। ਐਤਵਾਰ ਨੂੰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ 4.5 ਸਾਲਾਂ ਦੇ ਵਿੱਚ ਸਿਰਫ 4 ਜਾਂ 5 ਵਾਰੀ ਹੀ ਪੰਜਾਬ ਆਏ ਨੇ। ਕੈਪਟਨ ਦੇ ਨਿਸ਼ਾਨਾ ਕੱਸਦਿਆਂ ਮਾਨ ਨੇ ਵਿਅੰਗਮਈ ਅੰਦਾਜ਼ ਦੇ ਵਿੱਚ ਇਹ ਵੀ ਕਿਹਾ ਕਿ ਮੈਂ ਤੁਹਾਨੂੰ ਇਹ ਵੀ ਦੱਸ ਸਕਦਾ ਕਿ ਇਹਨਾਂ 4.5 ਸਾਲਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਹਿਮਾਚਲ ਕਿੰਨੀ ਵਾਰੀ ਗਏ ਨੇ, ਘੱਟੋ ਘੱਟ 50 ਵਾਰੀ ਗਏ ਹੋਣਗੇ। ਮਜ਼ਾਕੀਆ ਅੰਦਾਜ਼ ਦੇ ਵਿੱਚ ਜਿਵੇਂ ਭਗਵੰਤ ਨੇ ਕੈਪਟਨ ਤੇ ਨਿਸ਼ਾਨਾ ਲਾਇਆ ਉਹ ਤੁਹਾਨੂੰ ਸੁਣਾ ਦਿੰਦੇ ਹਾਂ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਮਸਲੇ ਦੇ ਵਿੱਚ ਵੀ ਰਾਹੁਲ ਗਾਂਧੀ ਦੇ ਨਾਲ ਪੰਜਾਬ ਦੌਰੇ ਤੇ ਗਏ ਸੀ, ਭਾਵੇਂ ਉਹ ਰੈਲੀਆਂ ਕੱਢਣ ਦੇ ਲਈ ਗਏ ਸੀ। ਕੈਪਟਨ ਸਾਹਿਬ ਤਾਂ ਮੇਰੇ ਖਿਆਲ 'ਚ 4.5 ਸਾਲ ਹੋ ਗਏ, 4.5 ਸਾਲਾਂ 'ਚ 4 ਜਾਂ 5 ਵਾਰ ਵੀ ਪੰਜਾਬ ਨਹੀਂ ਗਏ ਹੋਣਗੇ। ਮੈਂ ਗਿਣਾ ਸਕਦਾ ਜਦੋਂ ਪੰਜਾਬ ਗਏ ਸੀ, ਇੱਕ ਵਾਰੀ ਜਦੋਂ ਮਾਨਸਾ ਗਏ ਸੀ ਕਰਜ਼ਾ ਮਾਫੀ ਦਾ ਉਦਘਾਟਨ ਕਰਨ, ਇੱਕ ਵਾਰੀ ਜਦੋਂ ਇੱਥੇ ਮਾਝੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਲੋਕ ਮਰ ਗਏ ਸੀ ਉੱਥੇ ਗਏ ਸੀ, ਤੇ ਇੱਕ ਵਾਰੀ ਆਪਣੇ ਮਾਤਾ ਜੀ ਦੇ ਭੋਗ ਤੇ ਗਏ ਸੀ। ਮੈਨੂੰ ਇਦੂ ਗਾਹਾਂ ਕੋਈ ਗੇੜਾ ਗਣਾ ਦਿਓ ਪੰਜਾਬ ਦਾ। ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ 2021 ਨੂੰ ਲਾਲ ਕਿਲੇ ਤੇ ਜੋ ਘਟਨਾ ਵਾਪਰੀ ਸੀ ਉਸ ਦੇ ਵਿੱਚ ਮੁਲਜ਼ਮ ਦੇ ਵਜੋਂ ਨਾਮਜ਼ਦ ਕੀਤੇ ਗਏ ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਦੇ ਉੱਤੇ ਦਿੱਲੀ ਦੀ 30 ਹਜ਼ਾਰੀ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ। ਮਾਮਲੇ ਦੀ ਅਗਲੀ ਸੁਣਵਾਈ ਹੁਣ 15 ਅਪ੍ਰੈਲ ਤੇ ਪਾ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਦੀਪ ਸਿੱਧੂ ਦੀ ਜ਼ਮਾਨਤ ਦਾ ਅਦਾਲਤ ਦੇ ਵਿੱਚ ਵਿਰੋਧ ਕੀਤਾ ਤੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਜ਼ਮਾਨਤ ਦੇਣ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਆਨਲਾਈਨ ਸੁਣਵਾਈ ਹੋਈ ਹੈ ਜਿਸ ਦੌਰਾਨ ਅਦਾਲਤ ਨੇ ਫੈਸਲਾ ਲਿਆ। ਅਦਾਲਤ ਨੇ ਇਹ ਵੀ ਕਿਹਾ ਕਿ ਉਦੋਂ ਤੱਕ ਜੇਕਰ ਕੋਈ ਆਪਣੇ ਸੁਝਾਅ ਜਮ੍ਹਾਂ ਕਰਾਉਣਾ ਚਾਹੁੰਦਾ ਹੈ ਤਾਂ ਉਹ ਕਰਵਾ ਸਕਦਾ ਹੈ। ਸੋ 15 ਅਪ੍ਰੈਲ ਨੂੰ ਹੁਣ ਫਾਈਨਲੀ ਦੀਪ ਸਿੱਧੂ ਦੀ ਜ਼ਮਾਨਤ ਤੇ ਕੋਈ ਨਾ ਕੋਈ ਫੈਸਲਾ ਆ ਸਕਦਾ ਹੈ। ਪੰਜਾਬ ਦੇ ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਮੁੜ ਤੋਂ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲੀ ਹੈ। ਹਰਜੀਤ ਗਰੇਵਾਲ ਨੇ ਕਿਹਾ ਕਿ ਕੁਝ ਕਿਸਾਨਾਂ ਨੇ ਆਪਣੇ ਪੱਧਰ ਤੇ ਸਰਕਾਰ ਨੂੰ ਗੱਲਬਾਤ ਲਈ ਪ੍ਰਪੋਜ਼ਲ ਭੇਜਿਆ ਜਿਹਦੇ ਵਿੱਚ ਪੁਰਾਣੀਆਂ ਹੀ ਮੰਗਾਂ ਨੇ। ਦਾਅਵਾ ਕੀਤਾ ਕਿ ਅਸੀਂ ਕਈ ਲੀਡਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਜੋ ਮਸਲੇ ਦਾ ਹੱਲ ਨਿਕਲੇ। ਤੇ ਗਰੇਵਾਲ ਨੇ ਜਿਹੜਾ ਤਿੱਖਾ ਜ਼ਹਿਰ ਉਗਲਦਾ ਬਿਆਨ ਦਿੱਤਾ ਉਹ ਕਿਹਾ ਕਿ ਮੈਂ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਪੀਲ ਕਰਦਾ ਕਿ ਉਹ ਸਖਤੀ ਤੋਂ ਕੰਮ ਲੈਣ। ਉਹਨਾਂ ਕਿਹਾ ਕਿ ਅਸਲੀ ਕਿਸਾਨ ਤਾਂ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਨੇ, ਜੋ ਵਿਰੋਧ ਕਰ ਰਹੇ ਨੇ ਉਹ ਕਿਸਾਨ ਨਹੀਂ ਗੁੰਡੇ ਨੇ। ਗਰੇਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਖਤੀ ਤੋਂ ਕੰਮ ਲੈਣ ਦੀ ਅਪੀਲ ਕੀਤੀ। ਦਰਅਸਲ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਬਹੁਤ ਹੀ ਜ਼ੋਰਦਾਰ ਤੇ ਤਿੱਖੇ ਤਰੀਕੇ ਦੇ ਨਾਲ ਬੀਜੇਪੀ ਤੇ ਜੇਜੇਪੀ ਲੀਡਰਾਂ ਦਾ ਥਾਂ-ਥਾਂ ਤੇ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਤੋਂ ਖਫਾ ਹੋਏ ਹਰਜੀਤ ਗਰੇਵਾਲ ਨੇ ਇਹ ਬਿਆਨ ਦਿੱਤਾ ਹੈ। ਤੇ ਹਰਜੀਤ ਗਰੇਵਾਲ ਦੇ ਇਸ ਬਿਆਨ ਦਾ ਯੋਗੇਂਦਰ ਯਾਦਵ ਨੇ ਜਵਾਬ ਵੀ ਦਿੱਤਾ ਹੈ। ਯੋਗੇਂਦਰ ਯਾਦਵ ਜਿਹੜੇ ਕਿ ਕਿਸਾਨਾਂ ਦੇ ਨਾਲ ਹੀ ਰਹਿੰਦੇ ਨੇ, ਜਦੋਂ ਤੋਂ ਇਹ ਦਿੱਲੀ ਦੇ ਵਿੱਚ ਮੋਰਚਾ ਸ਼ੁਰੂ ਹੋਇਆ ਉਦੋਂ ਤੋਂ ਯੋਗੇਂਦਰ ਯਾਦਵ ਲਗਾਤਾਰ ਇਹਨਾਂ ਦੇ ਨਾਲ ਨੇ। ਹਾਲਾਂਕਿ ਯੋਗੇਂਦਰ ਯਾਦਵ ਨੂੰ ਕਿਸਾਨ ਲੀਡਰ ਹੀ ਲਿਖਿਆ ਜਾਂਦਾ ਮੀਡੀਆ ਦੇ ਵੱਲੋਂ, ਪਰ ਅਸਲ ਦੇ ਵਿੱਚ ਉਹ ਕਿਸਾਨ ਲੀਡਰ ਨਹੀਂ ਹਨ, ਪਰ ਕਿਸਾਨਾਂ ਦੇ ਸੰਘਰਸ਼ ਦੇ ਨਾਲ ਹਨ। ਯੋਗੇਂਦਰ ਯਾਦਵ ਨੇ ਕਿਹਾ ਕਿ ਬੀਜੇਪੀ ਵਾਲੇ ਯੋਗੇਂਦਰ ਯਾਦਵ ਤੋਂ ਕਿਉਂ ਡਰ ਰਹੇ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਜੀਤ ਗਰੇਵਾਲ ਮੇਰੇ ਤੋਂ ਇੰਨਾ ਪਰੇਸ਼ਾਨ ਕਿਉਂ ਰਹਿੰਦੇ ਨੇ। ਇਹ ਸਰਕਾਰ ਬਾਜ਼ੀਗਰੀ ਵਾਲੀ ਸਰਕਾਰ ਹੈ ਜਿਹਨੂੰ ਲਾਠੀ ਮਾਰਨ ਜਾਂ ਲਾਠੀ ਖਾਣ ਵਾਲੇ ਬੰਦੇ ਤੋਂ ਡਰ ਨਹੀਂ ਲੱਗਦਾ। ਉਸ ਨੂੰ ਕੋਨੇ ਤੇ ਖੜੇ
ਇੱਕ ਬੰਦੇ ਤੋਂ ਡਰ ਲੱਗਦਾ ਹੈ ਜੋ ਉਹਨਾਂ ਦੇ ਹੱਥਾਂ ਦੀ ਸਫਾਈ ਨੂੰ ਫੜ ਲੈਂਦਾ ਹੈ, ਇਹਨਾਂ ਦਾ ਝੂਠ ਫੜ ਲੈਂਦਾ ਹੈ, ਜੋ ਖੇਤੀ ਕਾਨੂੰਨ ਦੀਆਂ ਬਰੀਕੀਆਂ ਨੂੰ ਫੜ ਲੈਂਦਾ ਹੈ, ਜੋ ਕਿਸਾਨਾਂ ਨੂੰ MSP ਦੀਆਂ ਬਰੀਕੀਆਂ ਸਮਝਾਉਂਦਾ ਹੈ। ਸਿਰਫ ਬੀਜੇਪੀ ਹੀ ਨਹੀਂ, ਕਾਂਗਰਸ ਵੀ ਮੇਰੇ ਤੋਂ ਪਰੇਸ਼ਾਨ ਹੈ। ਜੇ ਇਹ ਦੋਵੇਂ ਪਾਰਟੀਆਂ ਮੇਰੇ ਖਿਲਾਫ ਹਨ ਤਾਂ ਜ਼ਰੂਰ ਮੈਂ ਠੀਕ ਰਾਹ ਦੇ ਉੱਤੇ ਹੀ ਚੱਲ ਰਿਹਾ। ਦਿੱਲੀ ਪੁਲਿਸ ਦੀ ਹਿਰਾਸਤ ਵਿੱਚੋਂ ਰਿਹਾ ਹੋਣ ਤੋਂ ਬਾਅਦ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਦੇ ਬਿਆਨ ਬਠਿੰਡਾ ਪੁਲਿਸ ਨੇ ਕਲਮਬੰਦ ਕੀਤੇ ਨੇ ਅਤੇ ਦਿੱਲੀ ਪੁਲਿਸ ਦੇ ਉੱਤੇ ਜਿਹੜੇ ਕੁੱਟਮਾਰ ਦੇ ਦੋਸ਼ ਲਾਏ ਗਏ ਨੇ ਉਹਨਾਂ ਦੀ ਜਾਂਚ ਹੁਣ ਸ਼ੁਰੂ ਕਰ ਦਿੱਤੀ ਹੈ। ਯਾਨੀ ਕਿ ਬਠਿੰਡਾ ਪੁਲਿਸ ਦਿੱਲੀ ਪੁਲਿਸ ਦੇ ਖਿਲਾਫ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਦੀ ਜਾਂਚ ਕਰੇਗੀ ਤੇ ਲੱਖਾ ਸਿਧਾਣਾ ਦੇ ਚਾਚੇ ਦੇ ਪੁੱਤਰ ਗੁਰਦੀਪ ਸਿੰਘ ਨੂੰ ਇਲਾਜ ਦੇ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਗੁਰਦੀਪ ਸਿੰਘ ਨੇ ਪੁਲਿਸ ਨੂੰ ਜਿਹੜੇ ਬਿਆਨ ਦਿੱਤੇ ਨੇ ਉਹਦੇ ਵਿੱਚ ਗੁਰਦੀਪ ਨੇ ਦੱਸਿਆ ਕਿ ਪਟਿਆਲੇ 'ਚੋਂ ਲਾਅ ਕਰ ਰਿਹਾ ਹੈ, ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ। 8 ਅਪ੍ਰੈਲ ਨੂੰ ਸ਼ਾਮ 4:30 ਵਜੇ ਰਾਮਪੁਰਾ ਤੋਂ ਪਟਿਆਲਾ ਦੇ ਲਈ ਰਵਾਨਾ ਹੋਇਆ ਸੀ ਜਿੱਥੇ ਉਸਨੇ ਪੇਪਰ ਦੇਣੇ ਸੀ। ਸ਼ਾਮ ਨੂੰ 7:15 ਵਜੇ ਪਟਿਆਲੇ ਪਹੁੰਚਿਆ ਤੇ ਸਟੇਸ਼ਨ ਤੋਂ ਉਸਦਾ ਦੋਸਤ ਉਸਨੂੰ ਮੋਟਰਸਾਈਕਲ ਤੇ ਬਿਠਾ ਕੇ ਯੂਨੀਵਰਸਿਟੀ ਲੈ ਗਿਆ ਤੇ ਇਸੇ ਦਰਮਿਆਨ ਪਟਿਆਲਾ ਯੂਨੀਵਰਸਿਟੀ ਦੀ ਸੜਕ ਉੱਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਜਵਾਨਾਂ ਨੇ ਉਸ ਨੂੰ ਜਬਰੀ ਚੁੱਕ ਲਿਆ ਤੇ ਆਪਣੀ ਗੱਡੀ ਵਿੱਚ ਬਿਠਾ ਲਿਆ। ਗੁਰਦੀਪ ਨੇ ਦੱਸਿਆ ਕਿ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਨਾਮ ਪੁੱਛਿਆ ਕਿ ਕੀ ਮੇਰਾ ਨਾਮ ਮੁੰਡੀ ਹੈ, ਕਿਉਂਕਿ ਗੁਰਦੀਪ ਸਿੰਘ ਨੂੰ ਮੁੰਡੀ ਸਿਧਾਣਾ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਪੁੱਛਿਆ ਲੱਖਾ ਸਿਧਾਣਾ ਕਿੱਥੇ ਹੈ, ਪਰ ਮੈਂ ਕਿਹਾ ਮੈਨੂੰ ਨਹੀਂ ਪਤਾ ਉਹ ਕਿੱਥੇ ਹੈ। ਵਾਰ-ਵਾਰ ਮੈਨੂੰ ਇਹੀ ਪੁੱਛਿਆ ਕਿ ਲੱਖਾ ਕਿੱਥੇ ਹੈ, ਇਹ ਦੱਸ ਦੇ, ਅਸੀਂ ਤੈਨੂੰ ਇੱਥੇ ਹੀ ਛੱਡ ਜਾਵਾਂਗੇ। ਉਸ ਤੋਂ ਬਾਅਦ ਕਹਿੰਦੇ ਮੇਰੇ ਦੋਸਤ ਦੇ ਨਾਲੋਂ ਮੈਨੂੰ ਵੱਖ ਕਰ ਲਿਆ। ਮੇਰੇ ਨਾਲ ਸਵਾਲ ਕਰਦਿਆਂ ਉਹਨਾਂ ਨੇ ਕਈ ਵਾਰੀ ਫੋਨ ਤੇ ਕਿਸੇ ਅਧਿਕਾਰੀ ਨਾਲ ਗੱਲਬਾਤ ਵੀ ਕੀਤੀ। ਗੱਲਬਾਤ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਤੇਰਾ ਐਨਕਾਊਂਟਰ ਕਰ ਦਿਆਂਗੇ ਜੇ ਤੂੰ ਲੱਖਾ ਸਿਧਾਣਾ ਬਾਰੇ ਨਾ ਦੱਸਿਆ। ਗੱਡੀ ਵਿੱਚ ਤਕਰੀਬਨ 3-4 ਵਿਅਕਤੀ ਸਨ, ਮੋਨੇ ਸੀ ਤੇ ਹਿੰਦੀ ਭਾਸ਼ਾ ਦੇ ਵਿੱਚ ਗੱਲਾਂ ਕਰ ਰਹੇ ਸੀ। ਸੋ ਪੁਲਿਸ ਜਿਹੜੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਸਪੈਸ਼ਲ ਜਿਹੜੀ ਟੀਮ ਹੁੰਦੀਆਂ ਨੇ ਕਿਸੇ ਵੀ ਪੁਲਿਸ ਦੀਆਂ ਤੁਸੀਂ ਲਾ ਲਓ, ਉਹ ਲੋਕਾਂ ਦੇ ਉੱਤੇ ਕਿਸ ਹੱਦ ਤੱਕ ਤਸ਼ੱਦਦ ਕਰਦੀਆਂ ਨੇ, ਐਨਕਾਊਂਟਰ ਤੱਕ ਦੀ ਧਮਕੀ ਪੁਲਿਸ ਉਸ ਨੂੰ ਦੇ ਰਹੀ ਹੈ। ਉਹ ਕਹਿੰਦੇ ਕਿ ਉਸ ਤੋਂ ਬਾਅਦ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਮੈਨੂੰ ਗੱਡੀ ਦੇ ਵਿੱਚ ਸੁੱਟ ਦਿੱਤਾ ਗਿਆ, ਮੂੰਹ 'ਚ ਕੱਪੜਾ ਪਾਇਆ ਗਿਆ, ਹੱਥ ਤੇ ਪਿਸਤੌਲ ਰੱਖ ਕੇ ਮੈਨੂੰ ਧਮਕੀ ਦਿੱਤੀ ਕਿ ਤੇਰੇ ਤੇ ਪਰਚਾ ਦਰਜ ਕਰਾਂਗੇ ਕਿ ਤੇਰੇ ਤੋਂ ਪਿਸਤੌਲ ਮਿਲਿਆ। ਕਾਫੀ ਸਮਾਂ ਗੱਡੀ ਘੁਮਾਉਂਦੇ ਰਹੇ, ਤਕਰੀਬਨ ਅੱਧਾ ਘੰਟਾ ਪਟਿਆਲਾ ਵਿੱਚ ਉਹ ਗੱਡੀ ਰੋਕ ਕੇ ਵੀ ਉਹਨਾਂ ਨੇ ਰੱਖੀ ਤੇ 5-6 ਘੰਟੇ ਉਹ ਮੇਰੇ ਕੋਲੋਂ ਲੱਖਾ ਸਿਧਾਣਾ ਕਿੱਥੇ ਹੈ ਇਹੀ ਪੁੱਛਦੇ ਰਹੇ। ਉਹਨਾਂ ਕਿਹਾ ਕਿ ਜੇ ਤੂੰ ਨਾ ਦੱਸਿਆ ਤਾਂ ਅਸੀਂ ਤੈਨੂੰ ਗੋਲੀ ਮਾਰ ਦਿਆਂਗੇ। ਉਸ ਤੋਂ ਬਾਅਦ ਮੇਰੇ ਦੋਸਤ ਗੁਰਪ੍ਰੀਤ ਨੂੰ ਵੀ ਮੇਰੇ ਨਾਲ ਬਿਠਾ ਕੇ 5-6 ਘੰਟੇ ਲਗਾਤਾਰ ਗੱਡੀ ਹੈ ਜਿਹੜੀ ਉਹ ਚੱਲਦੀ ਰਹੀ। ਉਸ ਤੋਂ ਬਾਅਦ ਸਾਨੂੰ ਇੱਕ ਕਮਰੇ ਵਿੱਚ ਲੈ ਗਏ। ਕਮਰਾ ਕਿਸੇ ਥਾਣੇ ਵਰਗਾ ਤਾਂ ਸੀ ਪਰ ਪੂਰਾ ਥਾਣਾ ਨਹੀਂ ਸੀ। ਉੱਥੇ ਅੱਖਾਂ ਦੀ ਪੱਟੀ ਖੋਲ ਦਿੱਤੀ ਗਈ। ਰਾਹ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਸਪੈਸ਼ਲ ਸੈੱਲ ਵਾਲੇ ਆ ਤੇ ਦੀਪ ਸਿੱਧੂ ਦੀ ਗ੍ਰਿਫਤਾਰੀ ਵੀ ਅਸੀਂ ਹੀ ਕੀਤੀ ਹੈ। ਉਹਨਾਂ ਕਿਹਾ ਕਿ ਇੱਥੇ ਅਸੀਂ ਤੁਹਾਡੇ ਨਾਲ ਕੁਝ ਵੀ ਕਰ ਸਕਦੇ ਹਾਂ ਪਰ ਕਿਸੇ ਨੂੰ ਤੁਹਾਡੇ ਬਾਰੇ ਪਤਾ ਵੀ ਨਹੀਂ ਲੱਗਣਾ ਕਿ ਅਸੀਂ ਤੁਹਾਨੂੰ ਮਾਰ ਕੇ ਕਿੱਥੇ ਖਪਾਤਾ। ਇਹੀ ਕਹਿਣ ਦਾ ਉਹਨਾਂ ਦਾ ਮਤਲਬ ਸੀ। ਉੱਥੇ ਵੀ ਕਹਿੰਦੇ ਸਾਨੂੰ ਕੁੱਟਿਆ ਗਿਆ, ਸਾਡੀ ਪੁੱਛਗਿੱਛ ਕੀਤੀ, ਸਾਡੇ ਮੋਬਾਈਲ ਖੋਲੇ ਤੇ ਮੇਰੇ ਤੇ ਦੇਸ਼ ਧਰੋਹ ਦਾ ਪਰਚਾ ਪਾ ਕੇ ਕੇਸ ਕਰਨਾ ਚਾਹੁੰਦੇ ਸੀ। ਛੱਡਣ ਲੱਗਿਆ ਪੁਲਿਸ ਨੇ ਕਿਹਾ ਕਿ ਅਸੀਂ ਤੈਨੂੰ ਛੱਡਣ ਲੱਗਿਆ ਪਰ ਤੂੰ ਜਾ ਕੇ ਲੱਖਾ ਸਿਧਾਣਾ ਨੂੰ ਕਹਿ ਕਿ ਉਹ ਕਿਸਾਨੀ ਸੰਘਰਸ਼ ਤੋਂ ਪਿੱਛੇ ਹਟ ਜਾਵੇ ਤੇ ਪੁਲਿਸ ਦੇ ਸਾਹਮਣੇ ਪੇਸ਼ ਹੋ ਜਾਵੇ। ਜੇ ਸਾਡੀ ਗੱਲ ਨਾ ਮੰਨੀ ਤਾਂ ਉਸ ਦਾ ਵੀ ਅਸੀਂ ਐਨਕਾਊਂਟਰ ਕਰ ਦਿਆਂਗੇ। ਉਹਨਾਂ ਧਮਕੀ ਦਿੱਤੀ ਕਿ ਜੇ ਮੈਂ ਬਾਹਰ ਆ ਕੇ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਮੈਨੂੰ ਦੁਬਾਰਾ ਚੁੱਕ ਲੈਣਗੇ ਤੇ ਐਨਕਾਊਂਟਰ ਕਰ ਦੇਣਗੇ। ਸੋ ਅਗਲੇ ਦਿਨ ਕਹਿੰਦਾ ਕਿ 9 ਅਪ੍ਰੈਲ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਕੇ ਉਸੇ ਗੱਡੀ ਵਿੱਚ ਬਿਠਾ ਕੇ ਸਾਨੂੰ ਅੰਬਾਲਾ ਤੱਕ ਛੱਡ ਕੇ ਗਏ ਤੇ ਅੰਬਾਲੇ ਤੋਂ ਅੱਗੇ ਜਾ ਕੇ ਫੋਨ ਚਲਾਉਣ ਦੀ ਹਦਾਇਤ ਦਿੱਤੀ ਤੇ ਇੱਕ ਉਹਨਾਂ ਦੀ ਹੀ ਬੱਸ ਸਪੈਸ਼ਲ ਬੱਸ ਹੈ ਜਿਹੜੀ ਉਹ ਸਾਨੂੰ ਪਟਿਆਲੇ ਵੱਲ ਵਾਪਸ ਛੱਡ ਕੇ ਗਈ। ਬੱਸ ਰੋਡਵੇਜ਼ ਦੀ ਸੀ ਤੇ ਬੱਸ ਵਿੱਚ ਤਕਰੀਬਨ 2-4 ਸਵਾਰੀਆਂ ਹੀ ਸਨ। ਛੱਡਣ ਲੱਗਿਆਂ ਪੁਲਿਸ ਵਾਲਿਆਂ ਨੇ ਇਹ ਵੀ ਕਿਹਾ ਕਿ ਮੇਰਾ ਪੇਪਰ ਹੋ ਚੁੱਕਿਆ ਹੈ। ਉਹਨਾਂ ਨੇ ਮੇਰੇ ਤੋਂ ਇੱਕ ਖਾਲੀ ਪੇਪਰ ਤੇ ਦਸਤਖਤ ਵੀ ਕਰਵਾ ਲਏ। ਜਦੋਂ ਮੈਨੂੰ ਛੱਡਿਆ ਗਿਆ ਤਾਂ ਮੇਰੀ ਹਾਲਤ ਬੇਹੋਸ਼ੀ ਵਾਲੀ ਸੀ, ਜਿਵੇਂ ਕੁਝ ਖਵਾਇਆ ਗਿਆ ਹੋਵੇ, ਬੇਹੋਸ਼ੀ ਵਾਲਾ। ਸੋ ਇਹ ਜਿਹੜੀ ਸਾਰੀ ਕਹਾਣੀ ਹੈ ਪੁਲਿਸ ਦੇ ਤਸ਼ੱਦਦ ਦੀ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਤਸ਼ੱਦਦ ਦੀ ਕਿ ਕਿਵੇਂ ਇੱਕ ਬੇਕਸੂਰ ਨੌਜਵਾਨ ਨੂੰ ਚੁੱਕ ਕੇ ਕਿਸ ਹੱਦ ਤੱਕ ਦੀਆਂ ਧਮਕੀਆਂ, ਐਨਕਾਊਂਟਰ ਕਰਨ ਦੀਆਂ ਧਮਕੀਆਂ। ਜਿਵੇਂ ਐਨਕਾਊਂਟਰ ਇੱਕ ਛੋਟੀ ਜਿਹੀ ਚੀਜ਼ ਹੁੰਦੀ ਹੈ ਪਰ ਅਸਲ ਦੇ ਵਿੱਚ ਪੁਲਿਸ ਦੇ ਲਈ ਇਹ ਇੱਕ ਖਿਡੌਣਾ ਹੈ। ਐਨਕਾਊਂਟਰ ਖਿਡੌਣਾ ਹੈ। ਲੋਕਾਂ ਦਾ, ਨੌਜਵਾਨਾਂ ਦਾ ਸ਼ਿਕਾਰ ਪੁਲਿਸ ਕਿਵੇਂ ਕਰਦੀ ਰਹੀ ਹੈ ਪਿਛਲੇ ਸਮੇਂ ਦੇ ਵਿੱਚ, ਇਸ ਤੋਂ ਕੋਈ ਵੀ ਸ਼ਾਇਦ ਅਣਜਾਣ ਨਹੀਂ ਹੈ ਕਿ ਕਿਸ ਤਰੀਕੇ ਦਾ ਤਸ਼ੱਦਦ ਹੈ ਜਿਹੜਾ ਚਾਹੇ ਪੰਜਾਬ ਦੀ ਪੁਲਿਸ ਹੋਵੇ ਚਾਹੇ ਦਿੱਲੀ ਦੀ, ਕਿਤੋਂ ਦੀ ਵੀ ਹੋਵੇ, ਮੈਟਰ ਨਹੀਂ ਕਰਦਾ। ਪਰ ਇਸ ਦੇਸ਼ ਦੇ ਵਿੱਚ ਐਨਕਾਊਂਟਰ ਹੁੰਦੇ ਨੇ, ਧੜਾ-ਧੜ ਹੁੰਦੇ ਨੇ ਤੇ ਕਈ ਬੇਕਸੂਰੇ ਲੋਕਾਂ ਦੇ ਵੀ ਹੁੰਦੇ ਨੇ। ਸੋ ਰੁਲਦੂ ਸਿੰਘ ਮਾਨਸਾ ਕਿਸਾਨ ਲੀਡਰ, ਉਹਨਾਂ ਨੇ ਬਿਆਨ ਦਿੱਤਾ ਕਿ ਸਰਕਾਰ ਦਾ ਰੌਲਾ ਲੱਖਾ ਸਿਧਾਣਾ ਦੇ ਨਾਲ ਹੈ, ਉਹਦੇ ਭਰਾ ਦੇ ਨਾਲ ਪੁਲਿਸ ਦਾ ਕੀ ਰੌਲਾ ਹੈ।
ਦਿੱਲੀ ਪੁਲਿਸ ਨੇ ਜਿਸ ਤਰ੍ਹਾਂ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਕੀਤੀ ਹੈ, ਅਸੀਂ ਉਹਦੀ ਨਿਖੇਧੀ ਕਰਦੇ ਹਾਂ। ਰੁਲਦੂ ਸਿੰਘ ਮਾਨਸਾ ਨੇ ਚੈਲੰਜ ਕੀਤਾ ਦਿੱਲੀ ਪੁਲਿਸ ਨੂੰ ਕਿ ਮੈਨੂੰ ਚਾਹੇ ਜਦੋਂ ਮਰਜ਼ੀ ਫੜ ਲਓ, ਮੈਨੂੰ ਕੋਈ ਇਤਰਾਜ਼ ਨਹੀਂ। ਦੀਪ ਸਿੱਧੂ ਬਾਰੇ ਵੀ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਦੀਪ ਸਿੱਧੂ ਬਾਰੇ ਰੁਲਦੂ ਸਿੰਘ ਨੇ ਕਿਹਾ ਕਿ ਹਾਲੇ ਤੱਕ ਸਾਡੀ ਦੀਪ ਸਿੱਧੂ ਬਾਰੇ ਕੋਈ ਵੀ ਰਾਏ ਹੈ ਜਿਹੜੀ ਫਾਈਨਲ ਰਾਏ ਨਹੀਂ ਬਣੀ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਜਿਹੜਾ ਸ਼ਰਤ ਭਰੀ ਅਪੀਲ ਕੀਤੀ ਹੈ ਕਿ ਤੁਸੀਂ ਅੰਦੋਲਨ ਛੱਡ ਕੇ ਚਲੇ ਜਾਓ, ਕਰੋਨਾ ਜ਼ਿਆਦਾ ਫੈਲ ਰਿਹਾ ਹੈ ਤੇ ਫਿਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਉਸ ਤੇ ਜਵਾਬ ਦਿੱਤਾ ਹੈ ਕਿ ਤੋਮਰ ਦਾ ਬਿਆਨ ਚਲਾਕੀ ਭਰਿਆ। ਤੋਮਰ ਨੂੰ ਸਿਰਫ ਇੰਨਾ ਕੁ ਮਤਲਬ ਹੈ ਕਿ ਜਥੇਬੰਦੀਆਂ ਕਿਤੇ ਇੱਥੇ ਹੀ ਬੈਠ ਨਾ ਜਾਣ, ਆਪੋ ਆਪਣੇ ਘਰੇ ਚਲੀਆਂ ਜਾਣ ਤੇ ਉਸ ਤੋਂ ਬਾਅਦ ਜਦੋਂ ਇਹ ਉੱਠ ਗਏ ਇੱਥੋਂ ਕਿਸਾਨ, ਫਿਰ ਤਾਂ ਸਰਕਾਰ ਨੇ ਕਰਨਾ ਕੀ ਹੈ। ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਸ ਯੂਨੀਅਨ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਦੇ ਵਿੱਚ ਤਿੱਖੇ ਐਕਸ਼ਨ ਦਾ ਐਲਾਨ ਕੀਤਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ। 12 ਅਪ੍ਰੈਲ ਯਾਨੀ ਕਿ ਸੋਮਵਾਰ ਨੂੰ ਵੀ ਪਨਬਸ ਦੇ ਗੇਟਾਂ ਤੇ ਇਹਨਾਂ ਨੇ ਗੇਟ ਰੈਲੀਆਂ ਕੀਤੀਆਂ ਨੇ। 23 ਅਪ੍ਰੈਲ ਨੂੰ ਪਨਬਸ ਤੇ ਪੀਆਰਟੀਸੀ ਦੇ ਸਾਰੇ 27 ਡਿਪੂਆਂ ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਤੇ 26 ਅਪ੍ਰੈਲ ਨੂੰ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ ਬੱਸ ਅੱਡਿਆਂ ਨੂੰ ਬੰਦ ਕਰ ਦਿੱਤਾ ਜਾਏਗਾ 2 ਘੰਟਿਆਂ ਦੇ ਲਈ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਸੋ 26 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਪਨਬਸ ਪੀਆਰਟੀਸੀ ਜਾਂ ਜਿਹੜੀਆਂ ਵੀ ਬੱਸਾਂ ਨੇ ਉਹਨਾਂ ਦੇ ਵਿੱਚ ਜੇ ਤੁਸੀਂ ਸਫ਼ਰ ਕਰਨ ਵਾਲੇ ਹੋ ਤਾਂ ਤੁਹਾਨੂੰ ਔਖ ਆਏਗੀ, ਕਿਉਂਕਿ ਪੀਆਰਟੀਸੀ ਦੇ ਵੱਲੋਂ ਪੰਜਾਬ ਦੇ ਸਾਰੇ ਬੱਸ ਅੱਡੇ ਨੇ ਜਿਹੜੇ ਉਹ ਬੰਦ ਕੀਤੇ ਜਾਣਗੇ 2 ਘੰਟਿਆਂ ਦੇ ਲਈ। ਸੋ 2 ਘੰਟੇ ਤੁਹਾਨੂੰ ਸਟਕ ਹੋ ਕੇ ਰਹਿਣਾ ਪੈ ਸਕਦਾ ਹੈ। ਚੇਤਾਵਨੀ ਦਿੱਤੀ ਹੈ ਕਿ ਜੇ ਹੁਣ ਵੀ ਕੈਪਟਨ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਹੜਤਾਲ ਕਰਨ ਦੇ ਨਾਲ ਅਸੀਂ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਤੇ ਕਾਂਗਰਸ ਦੇ ਲੀਡਰਾਂ ਨੂੰ ਪਿੰਡਾਂ ਸ਼ਹਿਰਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ ਕਿਸਾਨਾਂ ਦੇ ਸੰਘਰਸ਼ ਦੀ ਤਰਜ਼ ਦੇ ਉੱਤੇ। ਸੋ ਕੀ ਮੰਗਾਂ ਹੈਗੀਆਂ ਨੇ ਇਹਨਾਂ ਦੀਆਂ? ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਮੰਗ ਕੀਤੀ ਹੈ ਕਿ ਸਾਨੂੰ ਪੱਕਾ ਕੀਤਾ ਜਾਵੇ ਪੰਜਾਬ ਦੀ ਜਨਤਾ ਦੇ ਮੁਤਾਬਿਕ ਨਵੀਆਂ ਬੱਸਾਂ 10,000 ਨੇ ਜਿਹੜੀਆਂ ਉਹ ਪਾਈਆਂ ਜਾਣ ਪੰਜਾਬ ਦੇ ਵਿੱਚ। ਪਨਬਸ ਤੇ ਪੀਆਰਟੀਸੀ ਦੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ, ਪੀਆਰਟੀਸੀ ਦੇ ਨਵੇਂ ਠੇਕੇਦਾਰਾਂ ਦਾ ਐਗਰੀਮੈਂਟ ਰੱਦ ਕੀਤਾ ਜਾਵੇ, ਨਾਜਾਇਜ਼ ਰਿਪੋਰਟ ਦੀਆਂ ਕੰਡੀਸ਼ਨਾਂ ਨੇ ਜਿਹੜੀਆਂ ਉਹ ਰੱਦ ਕੀਤੀਆਂ ਜਾਣ। ਸੋ ਇਹਨਾਂ ਸਾਰਿਆਂ ਨੇ ਜਿੰਨੀਆਂ ਵੀ ਯੂਨੀਅਨਾਂ ਹੈਗੀਆਂ ਨੇ ਬੱਸਾਂ ਦੀਆਂ, ਸਾਰੇ ਮੁਲਾਜ਼ਮ ਨੇ ਚਾਹੇ ਠੇਕੇ ਵਾਲੇ ਨੇ ਜਾਂ ਫਿਰ ਪੱਕੇ ਨੇ, ਸਭ ਨੂੰ ਹੜਤਾਲ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਹੈ। ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਮਾਰਗ ਤੇ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਸੀਟੀਯੂ ਦੀ ਬੱਸ 4 ਤੁਰੇ ਜਾਂਦੇ ਰਾਹਗੀਰਾਂ ਦੇ ਉੱਤੇ ਚੜ ਗਈ ਜਿਸ ਦੇ ਵਿੱਚੋਂ 3 ਲੋਕਾਂ ਦੀ ਮੌਤ ਹੋ ਗਈ। ਇੱਕ ਔਰਤ ਸਮੇਤ ਇੱਕ ਵਿਅਕਤੀ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਤੀਸਰੇ ਵਿਅਕਤੀ ਦਾ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਉਹਨਾਂ ਦੀ ਜਾਨ ਹੈ ਜਿਹੜੀ ਉਹ ਚਲੀ ਗਈ। ਇੱਕ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ। ਹਾਦਸਾ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਮਾਰਗ ਤੇ ਸਥਿਤ ਕਸਬਾ ਪਨੂਪਲੀ ਨੇੜੇ ਪੈਂਦੇ ਪਿੰਡ ਗੱਗ ਦੇ ਕੋਲ ਵਾਪਰਿਆ ਹੈ। ਸੀਟੀਯੂ ਦੀ ਬੱਸ ਨੰਗਲ ਵੱਲੋਂ ਆ ਰਹੀ ਸੀ ਤੇ ਸੜਕ ਕਿਨਾਰੇ ਜਾ ਰਹੇ ਰਾਹਗੀਰਾਂ ਦੇ ਉੱਤੇ ਚੜ ਗਈ। ਭਾਰਤੀ ਫੌਜ ਦੇ ਵਿੱਚ ਭਰਤੀ ਲਈ ਲਿਖਤੀ ਪ੍ਰੀਖਿਆ 25 ਅਪ੍ਰੈਲ ਨੂੰ ਪਟਿਆਲਾ ਦੀ ਆਰਮੀ ਡਿਵੀਜ਼ਨ ਸਿਗਨਲ ਰੈਜੀਮੈਂਟ ਗਰਾਊਂਡ ਦੇ ਵਿੱਚ ਹੋਵੇਗੀ। ਇਹ ਪ੍ਰੀਖਿਆ ਫੌਜ ਦੀ ਭਰਤੀ ਲਈ ਸਰੀਰਕ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਹੋਵੇਗੀ। ਆਰਮੀ ਭਰਤੀ ਡਾਇਰੈਕਟਰ ਕਰਨਲ ਆਰ ਚੰਦੇਲ ਨੇ ਜਾਣਕਾਰੀ ਦਿੱਤੀ ਹੈ ਕਿ ਜ਼ਿਲ੍ਹਾ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਫਤਿਹਗੜ੍ਹ ਸਾਹਿਬ ਦੇ ਉਮੀਦਵਾਰਾਂ ਨੂੰ ਦਾਖਲਾ ਪੱਤਰ ਜਾਰੀ ਕੀਤੇ ਜਾ ਰਹੇ ਨੇ ਤੇ ਪ੍ਰੀਖਿਆ ਜਿਹੜੀ ਲਿਖਤੀ ਹੈ ਉਹ ਸਵੇਰੇ 10 ਵਜੇ ਤੋਂ 11 ਵਜੇ ਤੱਕ ਹੋਏਗੀ ਤੇ ਰਿਪੋਰਟ ਕਰਨ ਦਾ ਸਮਾਂ ਸਵੇਰੇ 3 ਵਜੇ ਹੋਏਗਾ। ਤੇ ਭਰਤੀ ਵਾਲੇ ਜਿਹੜੇ ਨੌਜਵਾਨ ਨੇ ਉਹ ਆਪਣੇ ਨਾਲ ਪ੍ਰੀਖਿਆ ਸਮੇਂ ਸੈਨੀਟਾਈਜ਼ਰ, ਮਾਸਕ ਅਤੇ ਪਾਣੀ ਦੀ ਬੋਤਲ ਸਮੇਤ ਕੁਝ ਖਾਣ ਪੀਣ ਨੂੰ ਵੀ ਲਿਜਾ ਸਕਦੇ ਨੇ। ਖਾਲਸੇ ਦਾ ਸਿਰਜਣਾ ਦਿਹਾੜਾ ਵਿਸਾਖੀ ਮਨਾਉਣ ਦੇ ਲਈ ਭਾਰਤ ਤੋਂ ਸਿੱਖ ਸੰਗਤ ਦਾ ਜਥਾ ਵਾਘਾ ਸਰਹੱਦ ਦੇ ਜ਼ਰੀਏ ਪਾਕਿਸਤਾਨ ਨੂੰ ਜਾ ਚੁੱਕਿਆ ਹੈ। ਪਾਕਿਸਤਾਨ ਰਵਾਨਾ ਹੋ ਚੁੱਕਿਆ, ਪਰ ਇਸ ਦਰਮਿਆਨ ਨਿਰਾਸ਼ ਕਰਨ ਵਾਲੀ ਖਬਰ ਸ਼ਰਧਾਲੂਆਂ ਦੇ ਲਈ ਇਹ ਸਾਹਮਣੇ ਆਈ ਕਿ 60 ਹੋਰ ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆ ਗਈ ਹੈ। ਪਹਿਲਾਂ ਜਾਣਕਾਰੀ ਮਿਲੀ ਸੀ ਐਤਵਾਰ ਤੱਕ ਕਿ 5 ਸ਼ਰਧਾਲੂਆਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ, ਪਰ ਹੁਣ ਸਾਰੇ ਜਥੇ ਦੇ ਵਿੱਚੋਂ 60 ਹੋਰ ਸ਼ਰਧਾਲੂਆਂ ਦੀ ਰਿਪੋਰਟ ਪੋਜ਼ਿਟਿਵ ਆ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਬਾਰਡਰ ਤੇ ਰੋਕ ਲਿਆ ਗਿਆ ਤੇ ਵਾਪਸ ਭੇਜ ਦਿੱਤਾ ਗਿਆ। ਸਿਰਫ ਪੋਜ਼ਿਟਿਵ ਰਿਪੋਰਟ ਵਾਲੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਹੀ ਪਾਕਿਸਤਾਨ ਭੇਜਿਆ ਗਿਆ ਹੈ। ਜਿਹੜੇ ਪੋਜ਼ਿਟਿਵ ਪਾਏ ਗਏ ਨੇ ਉਹਨਾਂ ਨੂੰ ਵਾਪਸ ਘਰਾਂ ਦੇ ਵਿੱਚ ਇਕਾਂਤਵਾਸ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ। ਸਿਹਤ ਵਿਭਾਗ ਦੇ ਵੱਲੋਂ ਅਟਾਰੀ ਵਾਘਾ ਬਾਰਡਰ ਤੇ ਕਰੋਨਾ ਟੈਸਟ ਦੇ ਲਈ ਇੱਕ ਟੀਮ ਤਾਇਨਾਤ ਕੀਤੀ ਗਈ ਸੀ। ਹਾਲਾਂਕਿ ਕਰੋਨਾ ਟੈਸਟ ਨੇ ਜਿਹੜੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮੁੱਖ ਦਫ਼ਤਰ ਦੇ ਵਿੱਚ ਕਰੋਨਾ ਕੈਂਪ ਲਾ ਕੇ ਕੀਤੇ ਗਏ ਸੀ, ਪਰ ਉੱਥੇ ਵੀ ਜਿਹੜੀ ਸਿਹਤ ਵਿਭਾਗ ਦੀ ਟੀਮ ਤਾਇਨਾਤ ਕੀਤੀ ਗਈ ਸੀ।
ਐਸਜੀਪੀਸੀ ਦੇ ਵੱਲੋਂ ਜਿਹੜੇ ਟੈਸਟ ਕੀਤੇ ਗਏ ਸੀ ਉਹਨਾਂ ਦੇ ਵਿੱਚ 6 ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਸੀ, ਪਰ ਜਦੋਂ 437 ਸ਼ਰਧਾਲੂਆਂ ਦਾ ਮੁੜ ਤੋਂ ਕਰੋਨਾ ਟੈਸਟ ਅਟਾਰੀ ਵਾਹਗਾ ਬਾਰਡਰ ਤੇ ਹੋਇਆ ਤਾਂ 60 ਹੋਰ ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਪਾਈ ਗਈ। ਇਹ ਹੁਣ ਰਿਪੋਰਟ ਪੋਜ਼ਿਟਿਵ ਨੈਗੇਟਿਵ ਦਾ ਜਿਹੜਾ ਭੰਬਲ ਭੂਸਾ ਹਾਲੇ ਤੱਕ ਬਣਿਆ ਹੋਇਆ ਹੈ। ਕੱਲ ਤੱਕ ਰਿਪੋਰਟ ਜਿਨ੍ਹਾਂ ਦੀ ਪੋਜ਼ਿਟਿਵ ਨਹੀਂ ਸੀ, ਨੈਗੇਟਿਵ ਸੀ, ਉਹਨਾਂ ਦੀ ਅੱਜ ਪੋਜ਼ਿਟਿਵ ਆ ਜਾਂਦੀ ਹੈ। ਸੋ ਇਹ ਮਸਲਾ ਕੀ ਹੈ, ਇਸ ਨੂੰ ਲੋਕ ਵੀ ਸ਼ਾਇਦ ਸਮਝ ਨਹੀਂ ਸਕਦੇ ਤੇ ਡਾਕਟਰਾਂ ਦੀ ਵੀ ਸਮਝ ਤੋਂ ਸ਼ਾਇਦ ਬਾਹਰ ਦੀ ਗੱਲ ਹੈ। ਤੇ ਖਾਲਸੇ ਦਾ ਸਾਜਨਾ ਦਿਹਾੜਾ ਮਨਾਉਣ ਦੇ ਲਈ ਜਿੱਥੇ ਪਾਕਿਸਤਾਨ ਨੂੰ ਸਿੱਖ ਸੰਗਤ ਦਾ ਜਥਾ ਰਵਾਨਾ ਹੋ ਗਿਆ, ਉੱਥੇ ਹੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 4 ਦਿਨਾਂ ਸਮਾਗਮਾਂ ਦੀ ਸ਼ੁਰੂਆਤ ਐਤਵਾਰ ਨੂੰ ਹੋ ਚੁੱਕੀ ਹੈ। 11 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਨੇ ਜਿਹੜੇ ਉਹ ਆਰੰਭ ਕੀਤੇ ਗਏ ਨੇ, ਜਿਨ੍ਹਾਂ ਦਾ ਭੋਗ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਪਾਇਆ ਜਾਵੇਗਾ। ਇਸ ਦੇ ਨਾਲ ਹੀ ਸਿਵਲ ਪ੍ਰਸ਼ਾਸਨ ਤੇ ਪੁਲਿਸ ਨੇ ਵੀ ਇੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਨੇ। ਸ਼ਹਿਰ ਆਉਂਦੇ ਰਸਤਿਆਂ ਤੇ ਪੁਲਿਸ ਨੇ ਬੈਰੀਕੇਡ ਲਾ ਕੇ ਆਵਾਜਾਈ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। 2 ਦਿਨ ਪਹਿਲਾਂ ਹੀ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਆਰਜ਼ੀ ਅੱਡੇ ਬਣਾ ਦਿੱਤੇ ਗਏ ਨੇ। ਪੁਲਿਸ ਅਧਿਕਾਰੀਆਂ ਤੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕਰੋਨਾ ਤੋਂ ਡਰ ਕੇ ਸੰਗਤ ਇਸ ਵਿਸਾਖੀ ਦੇ ਮੇਲੇ ਦੇ ਵਿੱਚ ਆਉਣ ਤੋਂ ਗੁਰੇਜ਼ ਨਾ ਕਰੇ, ਕਿਉਂਕਿ ਅਸੀਂ ਇੱਥੇ ਸਾਰੇ ਜਿਹੜੇ ਪੁਖਤਾ ਪ੍ਰਬੰਧ ਨੇ ਉਹ ਕੀਤੇ ਹੋਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੇ ਲਈ ਇੱਕ ਖਾਸ ਲੋਗੋ ਡਿਜ਼ਾਈਨ ਕਰਵਾਇਆ ਗਿਆ ਹੈ। ਐਸਜੀਪੀਸੀ ਦੇ ਵੱਲੋਂ ਗੁਰੂ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਸੋਨੇ ਚਾਂਦੀ ਦੇ ਸਿੱਕੇ ਤਿਆਰ ਕਰਨ ਦੀ ਵੀ ਯੋਜਨਾ ਹੈ। ਹਰਿਆਣਾ ਦੇ ਸਿਰਸਾ ਤੋਂ ਖਬਰ ਹੈ, ਜਿੱਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਡੀਏਪੀ ਖਾਦ ਸਮੇਤ ਡੀਜ਼ਲ ਪੈਟਰੋਲ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਇੰਡੀਅਨ ਨੈਸ਼ਨਲ ਲੋਕ ਦਲ ਦੇ ਕਾਰਕੁਨਾਂ ਨੇ ਮਿੰਨੀ ਸਕੱਤਰੇਤ ਦੇ ਮੂਹਰੇ ਧਰਨਾ ਦਿੱਤਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਿਆ। ਇਸ ਦੌਰਾਨ ਧਰਨੇ ਤੇ ਬੈਠੇ ਲੋਕਾਂ ਨੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ ਐਕਸਿਸ ਬੈਂਕ ਦੇ ਵਿੱਚੋਂ ਜਿਹੜਾ 4 ਕਰੋੜ ਰੁਪਈਆ ਚੋਰੀ ਕੀਤਾ ਗਿਆ ਹੈ, ਉਸ ਡਕੈਤ ਨੂੰ ਹਾਲੇ ਤੱਕ ਚੰਡੀਗੜ੍ਹ ਦੀ ਪੁਲਿਸ ਲੱਭ ਨਹੀਂ ਸਕੀ ਹੈ। ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਐਕਸਿਸ ਬੈਂਕ ਹੈ ਜਿਹੜੀ, ਉਸ ਦੇ ਵਿੱਚੋਂ 4 ਕਰੋੜ ਰੁਪਏ ਚੋਰੀ ਹੋ ਗਏ। ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਦਰਜ ਹੋਈ ਹੈ, ਫਿਰ ਵੀ ਪੁਲਿਸ ਲੱਭਣ ਦੇ ਵਿੱਚ ਨਾਕਾਮਯਾਬ ਰਹੀ ਹੈ। ਘਟਨਾ ਤੋਂ ਬਾਅਦ ਬੈਂਕ ਦਾ ਸੁਰੱਖਿਆ ਕਰਮੀ ਫਰਾਰ ਹੋ ਗਿਆ ਤੇ ਬਹੁਤ ਹੀ ਹੈਰਾਨੀ ਦੀ ਗੱਲ ਹੈ, ਜਿਹੜੀ ਚੋਰੀ ਹੈ ਉਹ ਬੈਂਕ ਦੇ ਹੀ ਸੁਰੱਖਿਆ ਕਰਮੀ ਨੇ, ਯਾਨੀ ਕਿ ਬੈਂਕ ਦਾ ਚੌਕੀਦਾਰ ਹੈ ਉਹੀ ਚੋਰ ਨਿਕਲਿਆ। ਸੈਕਟਰ 34 ਦੇ ਐਕਸਿਸ ਬੈਂਕ ਦੇ ਵਿੱਚ 4 ਕਰੋੜ ਰੁਪਏ ਤੋਂ ਵੱਧ ਦੀ ਰਕਮ ਟਰੰਕ ਦੇ ਵਿੱਚ ਰੱਖੀ ਹੋਈ ਸੀ। ਚੋਰ ਨੇ ਟਰੰਕ ਨੂੰ ਵੱਢ ਕੇ 4 ਕਰੋੜ ਦੀ ਰਕਮ ਤੇ ਹੱਥ ਸਾਫ਼ ਕੀਤਾ। ਬੈਂਕ ਦੀ ਰਾਖੀ ਲਈ 24 ਘੰਟੇ ਸੁਰੱਖਿਆ ਕਰਮੀ ਤਾਇਨਾਤ ਕੀਤੇ ਜਾਂਦੇ ਨੇ। ਇਸੇ ਤਹਿਤ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸੋਹਾਣਾ ਦੇ ਰਹਿਣ ਵਾਲੇ ਸੁਮਿਤ ਨਾਮ ਦਾ ਸੁਰੱਖਿਆ ਕਰਮੀ ਤਾਇਨਾਤ ਸੀ, ਜੋ ਵਾਰਦਾਤ ਤੋਂ ਬਾਅਦ ਗਾਇਬ ਹੋ ਗਿਆ। ਸੁਮਿਤ ਦੀ ਭਾਲ ਦੇ ਵਿੱਚ ਪੁਲਿਸ ਜੁਟੀ ਹੋਈ ਹੈ। ਤੇ ਚੰਡੀਗੜ੍ਹ ਪੁਲਿਸ ਰਾਤ ਨੂੰ ਜਿਹੜਾ ਰਾਤ ਦਾ ਕਰਫਿਊ ਲਾਇਆ ਹੋਇਆ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ, ਉਸ ਦੀ ਪਾਲਣਾ ਕਰਵਾਉਣ ਦੇ ਲਈ ਵਾਹਵਾ ਸਖਤੀ ਕਰ ਰਹੀ ਹੈ। ਹਾਲਾਂਕਿ ਅਪਰਾਧੀਆਂ ਨੂੰ ਤਾਂ ਨਹੀਂ ਫੜਿਆ ਜਾ ਰਿਹਾ, ਪਰ ਜਿਹੜੇ ਕਰਫਿਊ ਤੋੜਦੇ ਨੇ ਉਹਨਾਂ ਦੇ ਖਿਲਾਫ ਕੇਸ ਜ਼ਰੂਰ ਦਰਜ ਕੀਤੇ ਜਾ ਰਹੇ ਨੇ ਚੰਡੀਗੜ੍ਹ ਦੀ ਪੁਲਿਸ ਦੇ ਵੱਲੋਂ। ਚੰਡੀਗੜ੍ਹ ਦੇ ਵੱਖ-ਵੱਖ ਥਾਣਿਆਂ ਦੇ ਵਿੱਚ 4 ਜਣਿਆਂ ਦੇ ਖਿਲਾਫ ਕਰਫਿਊ ਦੀ ਉਲੰਘਣਾ ਕਰਨ ਦੇ ਕੇਸ ਦਰਜ ਕੀਤੇ ਗਏ ਨੇ। ਪ੍ਰਸ਼ਾਸਨ ਨੇ ਰਾਤ 10:30 ਵਜੇ ਤੱਕ ਤੋਂ ਲੈ ਕੇ ਸਵੇਰੇ 5 ਵਜੇ ਤੱਕ ਚੰਡੀਗੜ੍ਹ ਦੇ ਵਿੱਚ ਨਾਈਟ ਕਰਫਿਊ ਦਾ ਐਲਾਨ ਕੀਤਾ ਹੋਇਆ ਤੇ ਜੋ ਵੀ ਨਾਈਟ ਕਰਫਿਊ ਨੂੰ ਤੋੜਦਾ ਦਿਖਾਈ ਦਿੰਦਾ ਹੈ, ਚੰਡੀਗੜ੍ਹ ਪੁਲਿਸ ਉਸ ਦੇ ਖਿਲਾਫ ਧਾਰਾ 188 ਤਹਿਤ ਕੇਸ ਦਰਜ ਕਰਕੇ ਕਾਰਵਾਈ ਕਰ ਰਹੀ ਹੈ। ਹਿਮਾਚਲ ਤੋਂ ਖਬਰ ਹੈ, ਜਿੱਥੇ ਜੈਰਾਮ ਠਾਕੁਰ ਦੀ ਸਰਕਾਰ ਨੇ ਦੇਸ਼ ਦੇ ਜਿਹੜੇ 7 ਸੂਬੇ ਜਿਨ੍ਹਾਂ ਦੇ ਵਿੱਚ ਕਰੋਨਾ ਦੇ ਵਾਹਵਾ ਕੇਸ ਆ ਰਹੇ ਨੇ, ਉਹਨਾਂ ਦੇ ਵਾਸੀਆਂ ਦੇ ਉੱਤੇ ਹਿਮਾਚਲ ਦੇ ਵਿੱਚ ਐਂਟਰੀ ਤੇ ਰੋਕ ਲਾ ਦਿੱਤੀ ਹੈ ਨੈਗੇਟਿਵ ਰਿਪੋਰਟ ਤੋਂ ਬਿਨਾਂ। ਇਹਨਾਂ ਸੂਬਿਆਂ ਦੇ ਵਿੱਚ ਪੰਜਾਬ ਦਾ ਨਾਮ ਵੀ ਸ਼ਾਮਿਲ ਹੈ। ਪੰਜਾਬ, ਦਿੱਲੀ, ਮਹਾਰਾਸ਼ਟਰ, ਗੁਜਰਾਤ, ਕਰਨਾਟਕ ਤੇ ਰਾਜਸਥਾਨ ਤੇ ਉੱਤਰ ਪ੍ਰਦੇਸ਼। ਇਹਨਾਂ ਸੂਬਿਆਂ ਤੋਂ ਜੇ ਕੋਈ ਵੀ ਹਿਮਾਚਲ ਪ੍ਰਦੇਸ਼ ਘੁੰਮਣ ਜਾਣਾ ਚਾਹੁੰਦਾ ਹੈ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ ਚਾਹੁੰਦਾ ਹੈ ਤਾਂ ਉਹ ਆਪਣੇ ਨਾਲ ਨੈਗੇਟਿਵ ਰਿਪੋਰਟ ਜ਼ਰੂਰ ਲੈ ਕੇ ਜਾਵੇ, ਕਿਉਂਕਿ ਹਿਮਾਚਲ ਦੇ ਨਾਲ ਲੱਗਦੇ ਸੂਬਿਆਂ ਤੋਂ ਜਿਹੜੀਆਂ ਹੱਦਾਂ ਹੈਗੀਆਂ ਨੇ ਉੱਥੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ, ਜਿਹੜੀ ਤੁਹਾਡੀ ਜਾਂਚ ਕਰੇਗੀ। ਜੇ ਨੈਗੇਟਿਵ ਰਿਪੋਰਟ ਹੱਥ 'ਚ ਹੋਏਗੀ ਫਿਰ ਹੀ ਤੁਹਾਨੂੰ ਅੰਦਰ ਵੜਨ ਦਿੱਤਾ ਜਾਏਗਾ। ਸੋ ਪੰਜਾਬੀ ਵੀ ਵਾਹਵਾ ਜਾਂਦੇ ਨੇ ਹਿਮਾਚਲ ਘੁੰਮਣ, ਸੋ ਧਿਆਨ ਨਾਲ ਜਾਇਓ, ਕਿਉਂਕਿ ਇਹ ਨਵਾਂ ਹੁਕਮ ਹਿਮਾਚਲ ਪ੍ਰਦੇਸ਼ ਨੇ ਲਾਗੂ ਕਰ ਦਿੱਤਾ ਤੇ 16 ਅਪ੍ਰੈਲ ਨੂੰ ਸਰਕਾਰ ਇੱਥੇ ਹੋਰ ਹੁਕਮ ਨਵੇਂ ਨੇ ਜਿਹੜੇ ਉਹ ਲਾਗੂ ਕਰੇਗੀ। ਸੋ ਹਿਮਾਚਲ ਤੋਂ ਬਾਅਦ ਚੰਡੀਗੜ੍ਹ ਤੋਂ ਵੀ ਕਰੋਨਾ ਦੇ ਨਾਲ ਜੁੜੀ ਖਬਰ ਤੁਹਾਨੂੰ ਦੱਸ ਦਿੰਨੇ ਆ। ਚੰਡੀਗੜ੍ਹ ਪੀਜੀਆਈ ਦੇ ਵਿੱਚ ਓਪੀਡੀ ਬੰਦ ਕਰਨ ਦਾ ਫੈਸਲਾ ਲੈ ਲਿਆ ਗਿਆ। ਕਰੋਨਾ ਦੀ ਲਾਗ ਵਧਣ ਕਰਕੇ ਹੁਣ ਓਪੀਡੀ ਹੈ ਜਿਹੜੀ ਉਹ ਆਮ ਮਰੀਜ਼ਾਂ ਦੇ ਲਈ ਬੰਦ ਰਹੇਗੀ। ਐਮਰਜੈਂਸੀ ਤੋਂ ਇਲਾਵਾ ਓਪੀਡੀਜ਼ ਨੂੰ ਬੰਦ ਰੱਖਿਆ ਜਾਵੇਗਾ। ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਦੇ ਵਿੱਚ ਕਰੋਨਾ ਦੇ ਜਿਹੜੇ ਮਾਮਲੇ ਵੱਧ ਰਹੇ ਨੇ, ਉਸ ਕਰਕੇ ਪੀਜੀਆਈ ਨੇ ਇਹ ਫੈਸਲਾ ਲਿਆ ਹੈ। ਸੋ ਕਰੋਨਾ ਕਰਕੇ ਜਿਹੜੇ ਸੀਬੀਐਸਈ ਦੇ ਬੋਰਡ ਦੇ ਪੇਪਰਾਂ ਦਾ ਰੌਲਾ ਪੈ ਰਿਹਾ ਹੈ,
ਉਸ ਨੂੰ ਲੈ ਕੇ ਉਸ ਮਸਲੇ ਦੇ ਵਿੱਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰੀ ਸਿੱਖਿਆ ਮੰਤਰੀ ਡਾਕਟਰ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ CBSE ਬੋਰਡ ਪ੍ਰੀਖਿਆਵਾਂ ਰੱਦ ਕੀਤੀਆਂ ਜਾਣ, ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਭੀੜ-ਭਾੜ ਵਾਲੇ ਪ੍ਰੀਖਿਆ ਕੇਂਦਰਾਂ ਦੇ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਮੁਸ਼ਕਿਲ ਹੋ ਜਾਏਗੀ ਤੇ ਅਜਿਹੇ ਹਾਲਾਤਾਂ ਦੇ ਵਿੱਚ ਵਿਦਿਆਰਥੀਆਂ ਨੂੰ ਸਕੂਲਾਂ ਦੇ ਵਿੱਚ ਜਾ ਕੇ ਪੇਪਰ ਦੇਣ ਦੇ ਲਈ ਮਜਬੂਰ ਨਹੀਂ ਕਰਨਾ ਚਾਹੀਦਾ। शिव सेना ने भी मोदी सरकार ਨੂੰ अपील की है कि 10वीं ਤੇ 12ਵੀਂ ਦੀਆਂ बोर्ड ਦੀਆਂ ਪ੍ਰੀਖਿਆਵਾਂ ਬਾਰੇ ਸਰਕਾਰ ਇੱਕ ਪਾਸੜ फैसला लवे, एक सार फैसला लवे कि पेपर लए जाने ने ਜਾਂ ਫਿਰ नहीं लए जाने, क्योंकि विद्यार्थी बहुत सारे ਮੰਗ भी कर रहे हैं कि पेपर ਉਹਨਾਂ ਦੇ ऑनलाइन ही लए जाण। बुलेटिन दे विच कुछ खास खबरां पूरे भारत दियां ते भारत दियां खबरां दे विच ज़्यादातर खबरां कोरोना दे नाल ही जुड़ियां होईयां ने, क्योंकि कोरोना दी दूसरी लहर नूं लैके ही हुण रौला पै रिहा है। सरकारां वख-वख थावां ते करफ्यू ला रहीआं ने, नाइट करफ्यू लग रहे ने ਤੇ ਇਹਨਾਂ ਖਬਰਾਂ ਤੋਂ ਬਿਨਾ ਹੋਰ ਖਬਰਾਂ ਪੂਰੇ ਭਾਰਤ ਨਾਲ ਜੁੜੀਆਂ ਹੈ ਨਹੀਂ, ਜਾਂ ਫਿਰ ਪੱਛਮੀ ਬੰਗਾਲ ਦੀਆਂ ਖਬਰਾਂ ਨੇ। ਸਾਨੂੰ ਪਤਾ ਹੈ ਦਰਸ਼ਕ ਨਹੀਂ ਪਸੰਦ ਕਰਦੇ ਕਰੋਨਾ ਦੀਆਂ ਖਬਰਾਂ, ਪਰ ਸੁਣਾਉਣੀਆਂ ਤਾਂ ਪੈਣਗੀਆਂ। ਸੁਪਰੀਮ ਕੋਰਟ ਦੇ 44 ਮੁਲਾਜ਼ਮਾਂ ਨੂੰ ਕਰੋਨਾ ਦੀ ਲਾਗ ਲੱਗਣ ਕਾਰਨ ਹੁਣ ਜਿਹੜੇ ਸਾਰੇ ਜਸਟਿਸ ਹੈਗੇ ਨੇ ਉਹ ਆਪਣੇ ਘਰਾਂ ਤੋਂ ਅਦਾਲਤਾਂ ਲਾਉਣਗੇ। ਉੱਚ ਅਦਾਲਤ ਦੇ ਬੈਂਚ ਆਪਣੇ ਨਿਰਧਾਰਿਤ ਸਮੇਂ ਤੋਂ 1 ਘੰਟਾ ਦੇਰੀ ਦੇ ਨਾਲ ਕੇਸਾਂ ਦੀ ਸੁਣਵਾਈ ਕਰਨਗੇ। ਸੁਪਰੀਮ ਕੋਰਟ ਦੇ ਕਰੀਬ 50% ਮੁਲਾਜ਼ਮਾਂ ਨੂੰ ਕਰੋਨਾ ਦੀ ਲਾਗ ਲੱਗਣ ਦੀ ਖਬਰ ਮਿਲੀ ਹੈ। ਸੁਪਰੀਮ ਕੋਰਟ ਤੋਂ ਬਾਅਦ ਦਿੱਲੀ ਹਾਈ ਕੋਰਟ ਦੇ ਵਿੱਚ ਵੀ ਕਰੋਨਾ ਦੀ ਐਂਟਰੀ ਹੋ ਗਈ ਹੈ। ਇੱਥੇ ਵੀ 3 ਜੱਜ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਕਾਂਗਰਸ ਦੇ ਸੀਨੀਅਰ ਲੀਡਰ ਪੀ ਚਿਦੰਬਰਮ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕੋਵਿਡ ਟੀਕੇ ਦੀ ਸਪਲਾਈ ਤੇ ਵੰਡ ਪ੍ਰਬੰਧਨ ਦੀ ਆਪਣੀ ਨਾਕਾਮੀ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਟਵੀਟ ਕੀਤਾ ਕਿ ਇੱਕ ਦਿਨ ਸਰਕਾਰ ਟੀਕਾਕਰਨ ਮੁਹਿੰਮ ਨੂੰ ਇੱਕ ਤਿਉਹਾਰ ਕਹਿੰਦੀ ਹੈ, ਦੂਜੇ ਦਿਨ ਇਸ ਨੂੰ ਦੂਜੀ ਜੰਗ ਕਹਿ ਦਿੰਦੀ ਹੈ। ਇਹ ਕੀ ਹੈ? ਸਾਬਕਾ ਗ੍ਰਹਿ ਮੰਤਰੀ ਨੇ ਕਿਹਾ ਕਿ ਚੇਤੇ ਕਰੋ ਜਿਸ ਦਿਨ ਪ੍ਰਧਾਨ ਮੰਤਰੀ ਨੇ ਪਹਿਲੇ ਦਿਨ ਲਾਕਡਾਊਨ ਦਾ ਐਲਾਨ ਕੀਤਾ ਸੀ, ਉਸੇ ਦਿਨ ਦਾਅਵਾ ਕੀਤਾ ਸੀ ਕਿ ਮਹਾਭਾਰਤ ਦੀ ਜੰਗ 19 ਦਿਨਾਂ ਦੇ ਵਿੱਚ ਜਿੱਤੀ ਗਈ ਸੀ ਤੇ ਕਰੋਨਾ ਖਿਲਾਫ ਜਿਹੜੀ ਜੰਗ ਹੈ ਉਹ ਵੀ 21 ਦਿਨਾਂ ਦੇ ਵਿੱਚ ਅਸੀਂ ਜਿੱਤ ਲਵਾਂਗੇ। ਉਸ ਜੰਗ ਦਾ ਕੀ ਹੋਇਆ? ਪ੍ਰਧਾਨ ਮੰਤਰੀ ਜਵਾਬ ਦੇਣ। चिदंबरम ने दोष लाया है कि खाली दावे, बयानबाजी ते वड्डियां गल्लां दे नाल वायरस खिलाफ सफलता नहीं मिलनी। सरकार टीके दी सप्लाई अते वंड संबंधी अपनी नाकामी लुकाउण दी कोशिश कर रही है, क्योंकि बहुत सारे सूबियां दे विच टीका मुक चलिया ते सरकार दे नहीं रही। कांग्रेस के साबका प्रधान राहुल गांधी ने भी सारे लोगों को कोविड वैक्सीन का टीका लवाउण दी वकालत करदिआं कहा है कि यह मुल्क की लोड़ है, क्योंकि सुरक्षित जिंदगी जीउण दा हर नागरिक नूं हक है। पार्टी दे वल्लों स्पीक अप फॉर वैक्सीन्स फॉर ऑल हैशटैग दे नाल जिहड़ी सोशल मीडिया ते इन्हां मुहिम चलाई है, इस दे तहत ट्वीट कीता राहुल ने कि कोरोना दा टीका मुल्क की लोड़ है, तुहानूं इसलिए आवाज़ बुलंद करनी चाहिदी है। सुरक्षित जिंदगी जीउण दा हर किसी नूं अधिकार है। गुजरात हाई कोर्ट ने अज कोरोना महामारी की विगड़दी हालत नूं देख होए गुजरात सरकार ते नाराजगी जताई है। हाई कोर्ट ने साफ तौर ते कहा कि गुजरात दे विच जो हालात ने वो सूबा सरकार दे दावियां दे उल्ट ने ते ये दावियां दे उल्ट क्यों हन? सरकार आखिरकार की कर रही है? ये जवाब देवे। सुनवाई दौरान अदालत ने कहा कि लोकां नूं हुण ये लगन लग्या कि वो परमात्मा दी दया ते ही निर्भर हो गए ने, सरकारां ने उन्हां लई कुछ नहीं करना। हाई कोर्ट ने कुछ सुझाव भी दिते ने कि विआह दे विच मेहमानां दी गिणती है जिहड़ी उन्हां दी घट तो घट गिणती 100 कर दित्ती जावे, 100 तो 50 कर दित्ती जावे ते अंतिम संस्कार दे विच भी लोकां दी गिणती नूं घटा दित्ता जाना चाहीदा है। कोरोना के वाधे मामलों के दरमियान हरिद्वार दे विच जिहड़ा कुंभ दा मेला चल रहा है, उस दे विच दूसरे शाही इशनान के मौके ते गेरुआ रंग के कपड़े पा के सन्यासियां ते राख लपेटे साधुआं ने वड्डी गिणती दे विच गंगा दे विच हर की पौड़ी विच डुबकी लाई है ते कुंभ दे विच जिहड़ी इन्नी वड्डी भीड़ आ रही है नज़र, उस ते सवाल भी उठ रहे ने, पर प्रशासन ने अपने हत्थ खड़े कर दिते ने, क्योंकि मसला धर्म दा ते आस्था दा है। 13 अप्रैल यानी मंगलवार कल तो माता वैष्णो देवी की यात्रा भी शुरू हो रही है। इस दे लई श्राइन बोर्ड ने दिशा निर्देश जारी कर दिते ने। 9 अप्रैल नूं बोर्ड के अधिकारियों की मीटिंग हुई सी, जिस दे तहत कई फैसले लए गए ने। यात्रियों की सहूलत के लिए प्रबंध किए गए ने। सुरक्षा के लिए सैनीटेशन, मैडिकेयर ते विशेष वरत नाल संबंधित भोजन ते बिजली के 24 घंटे प्रबंध नूं भी पुख्ता जिहड़ा वो बनाया गया। छत्तीसगढ़ दे विच लगातार कोरोना के मामले वधन के कारण मौतां भी वध रहीआं ने। अंतिम संस्कार के लिए हुण कल्ले रायपुर दे विच ही 46 नवें अंतिम संस्कार थां बनाए गए ने, यानी कि शमशान घाट बनाए गए ने 46 इक्को ही शहर दे विच।
ਅਧਿਕਾਰੀਆਂ ਨੇ ਦੱਸਿਆ ਕਿ ਕੱਲੇ ਐਤਵਾਰ ਨੂੰ ਇੱਥੇ 100 ਤੋਂ ਵੱਧ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਪਿੰਡੂ ਇਲਾਕਿਆਂ ਦੇ ਵਿੱਚ ਲਾਸ਼ਾਂ ਦਾ ਸੰਸਕਾਰ ਹੈ ਜਿਹੜਾ ਉਹ ਖੇਤਾਂ ਦੇ ਵਿੱਚ ਹੀ ਸਾੜ ਕੇ ਕੀਤਾ ਜਾ ਰਿਹਾ ਹੈ। ਪੱਛਮੀ ਬੰਗਾਲ ਦੇ ਕੂਚ ਬਿਹਾਰ ਦੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੇ ਵੱਲੋਂ ਕੀਤੀ ਗਈ ਗੋਲੀਬਾਰੀ ਨੂੰ ਨਰਸੰਹਾਰ ਦੱਸਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਬੀਜੇਪੀ ਦੀ ਸਾਜ਼ਿਸ਼ ਦਾ ਨਤੀਜਾ ਹੈ। ਮਮਤਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸਿਆਸਤਦਾਨਾਂ ਦੇ ਜ਼ਿਲ੍ਹੇ ਦੇ ਵਿੱਚ ਦਾਖਲੇ ਦੇ ਉੱਤੇ 72 ਘੰਟਿਆਂ ਦੀ ਰੋਕ ਲਾ ਕੇ ਤੱਥਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਮਮਤਾ ਬੈਨਰਜੀ ਚੋਣ ਕਮਿਸ਼ਨ ਤੇ ਵੀ ਵਰੀ ਹੈ, ਟਵੀਟ ਕੀਤਾ ਹੈ ਕਿ ਆਦਰਸ਼ ਚੋਣ ਜ਼ਾਬਤੇ ਦਾ ਨਾਮ ਬਦਲ ਕੇ ਮੋਦੀ ਚੋਣ ਜ਼ਾਬਤਾ ਰੱਖ ਦੇਣਾ ਚਾਹੀਦਾ ਹੈ ਕਿਉਂਕਿ ਬੀਜੇਪੀ ਆਪਣੀ ਪੂਰੀ ਤਾਕਤ ਵਰਤ ਸਕਦੀ ਹੈ ਪਰ ਇਸ ਦੁਨੀਆ ਤੇ ਕੋਈ ਵੀ ਅਜਿਹਾ ਜੰਮਿਆ ਨਹੀਂ ਜੋ ਮੈਨੂੰ ਆਪਣੇ ਲੋਕਾਂ ਨਾਲ ਮਿਲਣ ਤੇ ਉਹਨਾਂ ਦੇ ਨਾਲ ਦਰਦ ਵੰਡਾਉਣ ਤੋਂ ਰੋਕ ਸਕੇ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲਗਾਤਾਰ ਪੱਛਮੀ ਬੰਗਾਲ ਦੇ ਵਿੱਚ ਰੈਲੀਆਂ ਕਰ ਰਹੇ ਨੇ। ਦਾਅਵਾ ਕੀਤਾ ਮੋਦੀ ਨੇ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੰਦੀਗ੍ਰਾਮ ਦੇ ਵਿੱਚ ਚੋਣ ਹਾਰ ਚੁੱਕੀ ਹੈ। 4 ਗੇੜਾਂ ਦੇ ਵਿੱਚ ਮਤਦਾਨ ਖਤਮ ਹੋਣ ਤੋਂ ਬਾਅਦ ਪੱਛਮੀ ਬੰਗਾਲ ਦੇ ਵਿੱਚ ਮਮਤਾ ਦੀ ਵਿਦਾਇਗੀ ਤੈਅ ਹੋ ਗਈ ਹੈ। ਉਹਨਾਂ ਦੋਸ਼ ਲਾਇਆ ਕਿ ਮਮਤਾ ਬੈਨਰਜੀ ਮਾਂ, ਮਾਟੀ ਤੇ ਮਾਨੁਸ਼ ਦਾ ਵਾਅਦਾ ਕਰਕੇ 10 ਸਾਲ ਪਹਿਲਾਂ ਸੱਤਾ ਵਿੱਚ ਆਈ ਸੀ ਪਰ ਉਹਨਾਂ ਨੇ ਮਾਂ ਨੂੰ ਸਤਾਓ, ਮਾਟੀ ਨੂੰ ਲੁੱਟੋ ਤੇ ਮਾਨੁਸ਼ ਦਾ ਲਹੂ ਵਹਾਓ ਵਾਲਾ ਰਾਹ ਚੁਣਿਆ ਹੈ, ਵੰਡੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਹੈ। ਮੋਦੀ ਨੇ ਕਿਹਾ ਕਿ ਨੰਦੀਗ੍ਰਾਮ ਦੇ ਵਿੱਚ ਦੀਦੀ ਕਲੀਨ ਬੋਲਡ ਹੈ, ਬੰਗਾਲ ਦੇ ਵਿੱਚ ਉਹਨਾਂ ਦੀ ਪਾਰੀ ਖਤਮ ਹੋ ਚੁੱਕੀ ਹੈ। ਮਮਤਾ ਬੈਨਰਜੀ ਨੇ ਜਿਹੜੀ ਕੂਚ ਬਿਹਾਰ ਦੇ ਵਿੱਚ ਹਿੰਸਾ ਹੋਈ ਸੀ ਉਸ ਦਾ ਜ਼ਿੰਮੇਦਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੱਸਿਆ ਸੀ ਕਿ ਮੋਦੀ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਨੂੰ ਕਾਬੂ ਕਰ ਲਓ, ਇਹ ਪੱਛਮੀ ਬੰਗਾਲ ਦੇ ਵਿੱਚ ਦੰਗੇ ਕਰਵਾ ਰਿਹਾ। ਉਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਵਾਬ ਵੀ ਦਿੱਤਾ ਕਿਉਂਕਿ ਮਮਤਾ ਬੈਨਰਜੀ ਨੇ ਸ਼ਾਹ ਦਾ ਅਸਤੀਫਾ ਵੀ ਮੰਗਿਆ। ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਪੱਛਮੀ ਬੰਗਾਲ ਦੇ ਲੋਕ ਕਹਿਣ ਤਾਂ ਮੈਂ ਅਹੁਦੇ ਤੋਂ ਅਸਤੀਫਾ ਦੇਣ ਨੂੰ ਤਿਆਰ ਹਾਂ। ਸ਼ਾਹ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਖੁਦ 2 ਮਈ ਤੋਂ ਬਾਅਦ ਅਹੁਦਾ ਛੱਡਣਾ ਪਵੇਗਾ ਕਿਉਂਕਿ ਤ੍ਰਿਣਮੂਲ ਕਾਂਗਰਸ ਵਿਧਾਨ ਸਭਾ ਚੋਣਾਂ ਹਾਰ ਰਹੀ ਹੈ। ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਖਬਰ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਭਿਆਨਕ ਅੱਗ ਲੱਗਣ ਦੇ ਕਾਰਨ ਹਾਦਸਾ ਵਾਪਰ ਗਿਆ। 150 ਝੁੱਗੀਆਂ ਸੜ ਗਈਆਂ ਤੇ ਇਹਨਾਂ ਝੁੱਗੀਆਂ ਦੇ ਵਿੱਚ 2 ਬੱਚਿਆਂ ਦੀ ਫਸ ਕੇ ਮੌਤ ਹੋ ਗਈ। ਪੁਲਿਸ ਦੇ ਮੁਤਾਬਿਕ ਅੱਗ ਬਹਿਲੋਲਪੁਰ ਪਿੰਡ ਦੇ ਨੇੜੇ ਜੇ ਕਲਸਟਰ ਦੇ ਵਿੱਚ ਦੁਪਹਿਰੇ 1 ਵਜੇ ਲੱਗੀ। ਇਸ ਅੱਗ ਦੇ ਉੱਤੇ ਅੱਗ ਬੁਝਾਊ ਗੱਡੀਆਂ ਦੇ ਵੱਲੋਂ ਬੜੀ ਮੁਸ਼ੱਕਤ ਦੇ ਨਾਲ ਕਾਬੂ ਪਾਇਆ ਗਿਆ। ਫਲਿੱਪਕਾਰਟ ਦਾ ਅਡਾਨੀ ਗਰੁੱਪ ਦੇ ਨਾਲ ਸਮਝੌਤਾ ਹੋ ਗਿਆ। 2500 ਲੋਕਾਂ ਨੂੰ ਰੁਜ਼ਗਾਰ ਦੇਣ ਦਾ ਦਾਅਵਾ ਕੀਤਾ ਗਿਆ। ਵਾਲਮਾਰਟ ਦੀ ਮਾਲਕੀ ਵਾਲੇ ਫਲਿੱਪਕਾਰਟ ਨੇ ਦੱਸਿਆ ਕਿ ਕੰਪਨੀ ਨੇ ਆਪਣੇ ਲੌਜਿਸਟਿਕਸ ਅਤੇ ਡੇਟਾ ਕੇਂਦਰ ਦੀ ਸਮਰੱਥਾ ਮਜ਼ਬੂਤ ਕਰਨ ਦੇ ਲਈ ਅਡਾਨੀ ਗਰੁੱਪ ਦੇ ਨਾਲ ਵਪਾਰਿਕ ਭਾਈਵਾਲੀ ਕੀਤੀ ਹੈ ਜਿਹਦੇ ਨਾਲ 2500 ਲੋਕਾਂ ਨੂੰ ਸਿੱਧਾ ਰੁਜ਼ਗਾਰ ਮਿਲੇਗਾ। ਕੰਪਨੀ ਨੇ ਕਿਹਾ ਕਿ ਦੁਵੱਲੀ ਭਾਈਵਾਲੀ ਦੇ ਤਹਿਤ ਫਲਿੱਪਕਾਰਟ ਅਡਾਨੀ ਪੋਰਟਸ ਲਿਮਟਿਡ ਐਂਡ ਸਪੈਸ਼ਲ ਇਕਨੋਮਿਕ ਜ਼ੋਨ ਲਿਮਟਿਡ ਦੀ ਮਾਲਕੀ ਵਾਲੀ ਭਾਈਵਾਲ ਕੰਪਨੀ ਅਡਾਨੀ ਲੌਜਿਸਟਿਕਸ ਲਿਮਟਿਡ ਨਾਲ ਮਿਲ ਕੇ ਕੰਮ ਕਰੇਗੀ ਤਾਂ ਜੋ ਸਪਲਾਈ ਚੇਨ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ। ਤੇ ਫਲਿੱਪਕਾਰਟ ਆਪਣਾ ਤੀਜਾ ਡੇਟਾ ਸੈਂਟਰ ਅਡਾਨੀ ਕਾਨੇਕਸ ਦੇ ਚੇਨਈ ਸਥਿਤ ਪਲਾਂਟ ਦੇ ਵਿੱਚ ਸਥਾਪਿਤ ਕਰੇਗੀ। ਸੋ ਅਡਾਨੀ ਇੱਕ ਅਜਿਹਾ ਨਾਮ ਹੈ ਜਿਹੜਾ ਇਸ ਵਕਤ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਹੈ। ਅੰਬਾਨੀ ਤੇ ਅਡਾਨੀ 2 ਵੱਡੇ ਜਿਹੜੇ ਵਪਾਰਿਕ ਅਦਾਰੇ ਹੈਗੇ ਨੇ, ਵੱਡੇ ਕਾਰਪੋਰੇਟ ਘਰਾਣੇ ਹੈਗੇ ਨੇ। ਇਹਨਾਂ ਦੀ ਸਰਕਾਰ ਦੇ ਨਾਲ ਸਿੱਧੀ ਜਿਹੜੀ ਗੰਢ ਤੁੱਪ ਦੱਸ ਕੇ ਕਿਸਾਨ ਇਹਨਾਂ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਕਾਰਪੋਰੇਟ ਘਰਾਣੇ ਨੇ ਇਹਨਾਂ ਦੇ ਦਬਾਅ ਦੇ ਵਿੱਚ ਹੀ ਸਰਕਾਰ ਨੇ 3 ਖੇਤੀ ਕਾਨੂੰਨ ਉਹਨਾਂ ਨੂੰ ਫਾਇਦਾ ਦੇਣ ਦੇ ਲਈ ਲਿਆਂਦੇ ਨੇ। ਬੁਲੇਟਿਨ ਦੇ ਵਿੱਚ ਕੁਝ ਖਾਸ ਖਬਰਾਂ ਪੂਰੀ ਦੁਨੀਆ ਦੀਆਂ। ਸਭ ਤੋਂ ਪਹਿਲੀ ਖਬਰ ਇੰਡੋਨੇਸ਼ੀਆ ਤੋਂ ਹੈ ਜਿੱਥੇ ਜਾਵਾ ਦੇ ਵਿੱਚ ਆਏ ਭੂਚਾਲ ਦੇ ਨਾਲ 8 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੇ ਵਿੱਚ ਔਰਤ ਵੀ ਸ਼ਾਮਲ ਹੈ ਜਿਸ ਦੇ ਮੋਟਰਸਾਈਕਲ ਦੇ ਵਿੱਚ ਖਿਸਕ ਰਹੀਆਂ ਚਟਾਨਾਂ ਵੱਜੀਆਂ। ਭੂਚਾਲ ਨਾਲ ਕਰੀਬ 1300 ਇਮਾਰਤਾਂ ਦਾ ਨੁਕਸਾਨ ਹੋਇਆ ਹੈ। ਭੂਚਾਲ ਦੀ ਤੀਬਰਤਾ 6 ਨਾਪੀ ਗਈ ਤੇ ਇਸ ਨੇ ਟਾਪੂ ਦੇ ਦੱਖਣੀ ਤੱਟ ਤੇ ਕਾਫੀ ਨੁਕਸਾਨ ਕੀਤਾ। ਇੰਡੋਨੇਸ਼ੀਆ ਦੀ ਅਥਾਰਟੀ ਨੇ ਸੁਨਾਮੀ ਦੀ ਸੰਭਾਵਨਾ ਤੋਂ ਹਾਲਾਂਕਿ ਇਨਕਾਰ ਕਰ ਦਿੱਤਾ ਪਰ ਲੋਕਾਂ ਨੂੰ ਮਿੱਟੀ ਦੀਆਂ ਢਿੱਗਾਂ ਤੇ ਚਟਾਨਾਂ ਤੋਂ ਦੂਰ ਰਹਿਣ ਦੇ ਲਈ ਕਿਹਾ ਗਿਆ। ਇੰਡੋਨੇਸ਼ੀਆ ਦੇ ਵਿੱਚ ਇਸੇ ਹਫ਼ਤੇ ਆਈ ਇਹ ਦੂਜੀ ਆਫਤ ਹੈ। ਇਸ ਤੋਂ ਪਹਿਲਾਂ ਸਮੁੰਦਰੀ ਤੂਫਾਨ ਨੇ 174 ਲੋਕਾਂ ਦੀ ਜਾਨ ਲੈ ਲਈ ਸੀ ਤੇ 48 ਲੋਕ ਹਾਲੇ ਤੱਕ ਲਾਪਤਾ ਨੇ। ਅਮਰੀਕਾ ਦੇ ਲਾਸ ਐਂਜਲਸ ਤੋਂ ਖਬਰ ਹੈ ਜਿੱਥੇ ਇੱਕ ਕਾਉਂਟੀ ਦੇ ਅਪਾਰਟਮੈਂਟ ਦੇ ਵਿੱਚ ਸ਼ਨੀਵਾਰ ਦੀ ਸਵੇਰ 3 ਬੱਚੇ ਮ੍ਰਿਤ ਮਿਲੇ ਨੇ ਤੇ ਪੁਲਿਸ ਨੇ ਬੱਚਿਆਂ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ। ਸਾਰੇ ਬੱਚਿਆਂ ਦੀ ਉਮਰ 5 ਸਾਲ ਤੋਂ ਘੱਟ ਸੀ। ਮਹਿਲਾ ਦੀ ਸ਼ਨਾਖਤ ਲਿਲੀਆਨਾ ਕੈਰਿਲੋ ਸਿਰਫ 30 ਸਾਲ ਦੀ ਉਮਰ ਹੈ ਇਸ ਔਰਤ ਦੀ। ਇਹਦੇ ਵਜੋਂ ਹੋਈ ਹੈ। ਘਟਨਾ ਵਾਲੀ ਥਾਂ ਟੁਲਾਰੇ ਕਾਉਂਟੀ ਲਾਸ ਐਂਜਲਸ ਤੋਂ 322 ਕਿਲੋਮੀਟਰ ਦੂਰ ਹੈ। ਬੱਚਿਆਂ ਦੀ ਦਾਦੀ ਕੰਮ ਤੋਂ ਘਰ ਆਈ ਸੀ ਤੇ ਉਸਨੇ ਦੇਖਿਆ ਕਿ 3 ਬੱਚਿਆਂ ਦੀ ਮੌਤ ਹੋਈ ਸੀ ਜਦਕਿ ਮਾਂ ਲਾਪਤਾ ਸੀ।
ਪੁਲਿਸ ਨੇ ਮੁੱਢਲੀ ਜਾਂਚ ਮਗਰੋਂ ਦੱਸਿਆ ਕਿ ਬੱਚਿਆਂ ਦਾ ਕਤਲ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਨੂੰ ਇਹ ਹਲੇ ਨਹੀਂ ਪਤਾ ਲੱਗਿਆ ਕਿ ਕਤਲ ਕਿਸ ਨੇ ਕੀਤਾ, ਪਰ ਮਾਂ ਸ਼ੱਕ ਦੇ ਘੇਰੇ ਦੇ ਵਿੱਚ ਹੈ। ਈਰਾਨ ਤੋਂ ਵੱਡੀ ਖਬਰ ਹੈ, ਜਿੱਥੇ ਨਤਾਂਜ਼ ਪਰਮਾਣੂ ਊਰਜਾ ਪਲਾਂਟ ਦੇ ਵਿੱਚ ਗੜਬੜੀ ਸਾਹਮਣੇ ਆਈ ਹੈ। ਪਹਿਲਾਂ ਕਿਹਾ ਗਿਆ ਕਿ ਇਹ ਬਿਜਲੀ ਸਪਲਾਈ ਦੇ ਨਾਲ ਸੰਬੰਧਿਤ ਗੜਬੜੀ ਹੈ। ਈਰਾਨ ਇੱਥੇ ਤੇਜ਼ੀ ਦੇ ਨਾਲ ਯੂਰੇਨੀਅਮ ਸੋਧਣ ਦਾ ਯਤਨ ਕਰ ਰਿਹਾ ਹੈ। ਨਤਾਂਜ਼ ਪਲਾਂਟ ਈਰਾਨ ਦੇ ਸਭ ਤੋਂ ਵੱਧ ਸੁਰੱਖਿਅਤ ਟਿਕਾਣਿਆਂ ਦੇ ਵਿੱਚੋਂ ਇੱਕ ਹੈ। ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਬੁਲਾਰੇ ਨੇ ਦੱਸਿਆ ਕਿ ਇਸ ਗੜਬੜੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕੋਈ ਰਿਸਾਅ ਹੈ ਜਿਹੜਾ ਉਹ ਹੋਇਆ। ਹਾਲਾਂਕਿ ਘਟਨਾ ਦੀ ਜਾਂਚ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਨਤਾਂਜ਼ ਪਲਾਂਟ ਤੇ ਪਿਛਲੇ ਸਾਲ ਜੁਲਾਈ ਦੇ ਵਿੱਚ ਰਹੱਸਮਈ ਧਮਾਕਾ ਹੋਇਆ ਸੀ, ਜਿਸ ਨੂੰ ਅਥਾਰਟੀ ਨੇ ਬਾਅਦ ਵਿੱਚ ਪਲਾਂਟ ਬੰਦ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਸੀ ਤੇ ਅੱਜ ਵੀ ਇਹ ਬਿਆਨ ਹੁਣ ਸਾਹਮਣੇ ਆ ਰਿਹਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਜਵਾਦ ਜ਼ਰੀਫ ਨੇ ਕਿਹਾ ਹੈ ਕਿ ਸਾਡਾ ਮੁਲਕ ਨਤਾਂਜ਼ ਪਰਮਾਣੂ ਊਰਜਾ ਪਲਾਂਟ ਦੇ ਵਿੱਚ ਹੋਏ ਹਮਲੇ ਦਾ ਬਦਲਾ ਲਵੇਗਾ, ਯਾਨੀ ਕਿ ਇਜ਼ਰਾਈਲ ਦੇ ਉੱਤੇ ਹਮਲੇ ਦਾ ਇਲਜ਼ਾਮ ਲੱਗਿਆ। ਈਰਾਨ ਦੇ ਮੁਤਾਬਿਕ ਇਸ ਹਮਲੇ ਦੇ ਪਿੱਛੇ ਇਜ਼ਰਾਈਲ ਦਾ ਹੱਥ ਸੀ। ਐਤਵਾਰ ਨੂੰ ਈਰਾਨੀ ਅਧਿਕਾਰੀਆਂ ਨੇ ਦੱਸਿਆ ਸੀ ਕਿ ਨਤਾਂਜ਼ ਯੂਰੇਨੀਅਮ ਪਰਮਾਣੂ ਪਲਾਂਟ ਪਰਮਾਣੂ ਅੱਤਵਾਦ ਦੇ ਨਿਸ਼ਾਨੇ ਦੇ ਉੱਤੇ ਆ ਗਿਆ। ਹਾਲਾਂਕਿ ਸ਼ੁਰੂਆਤੀ ਖਬਰਾਂ ਦੇ ਵਿੱਚ ਇਹੀ ਕਿਹਾ ਗਿਆ ਸੀ ਕਿ ਕੋਈ ਤਕਨੀਕੀ ਗੜਬੜੀ ਆਈ ਹੈ, ਬਿਜਲੀ ਦੀ ਸਪਲਾਈ ਠੱਪ ਹੋਈ ਹੈ, ਪਰ ਬਾਅਦ ਵਿੱਚ ਈਰਾਨ ਨੇ ਇਹ ਕਹਿ ਦਿੱਤਾ ਕਿ ਇਜ਼ਰਾਈਲ ਨੇ ਹਮਲਾ ਕੀਤਾ। ਹਾਲਾਂਕਿ ਇਜ਼ਰਾਈਲ ਨੇ ਅਧਿਕਾਰਿਕ ਤੌਰ ਦੇ ਉੱਤੇ ਕਿਸੇ ਤੇ ਵੀ ਇਸ ਹਮਲੇ ਦਾ ਇਲਜ਼ਾਮ ਨਹੀਂ ਮੜਿਆ। ਉੱਥੋਂ ਦੇ ਸਰਕਾਰੀ ਰੇਡੀਓ ਨੇ ਖੁਫੀਆ ਸੂਤਰਾਂ ਦੇ ਹਵਾਲੇ ਦੇ ਨਾਲ ਦਾਅਵਾ ਕੀਤਾ ਕਿ ਘਟਨਾ ਦੇ ਪਿੱਛੇ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਦਾ ਹੱਥ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਈਰਾਨ ਨੇ ਜਿੰਨਾ ਦੱਸਿਆ ਉਸ ਤੋਂ ਕਿਤੇ ਵੱਧ ਗੰਭੀਰ ਨੁਕਸਾਨ ਹੋਇਆ ਹੈ। ਤੇ ਜੇ ਅਮਰੀਕੀ ਮੀਡੀਆ ਦੀ ਗੱਲ ਕਰ ਲਈਏ ਤਾਂ ਨਿਊਯਾਰਕ ਟਾਈਮਜ਼ ਦੇ ਵਿੱਚ ਅਮਰੀਕੀ ਖੁਫੀਆ ਅਧਿਕਾਰੀਆਂ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਇਸ ਪਰਮਾਣੂ ਪਲਾਂਟ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ, ਜਿਸ ਨਾਲ ਇਸ ਪਲਾਂਟ ਦੇ ਵਿੱਚ ਬਿਜਲੀ ਸਪਲਾਈ ਕਰਨ ਵਾਲਾ ਯੰਤਰ ਸਿਸਟਮ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਿਆ। ਬੁਲੇਟਿਨ ਦੇ ਵਿੱਚ ਹੁਣ ਜਾਂਦੇ ਜਾਂਦੇ ਤੁਹਾਨੂੰ ਇੱਕ ਅਚੰਭਿਤ ਕਰਨ ਵਾਲੀ ਖਬਰ ਜ਼ਰੂਰ ਦੱਸਾਂਗੇ, ਜਿਹੜੀ ਕਿ ਤਾਇਵਾਨ ਤੋਂ ਆ ਰਹੀ ਹੈ। ਤਾਇਵਾਨ ਦੇ ਵਿੱਚ ਇੱਕ ਵਿਅਕਤੀ ਦੇ ਨਾਲ ਜੋ ਵਾਪਰਿਆ ਉਹ ਸੱਚਮੁੱਚ ਹੈਰਾਨ ਕਰਨ ਵਾਲਾ ਹੈ। ਦਰਅਸਲ ਇੱਕ ਵਿਅਕਤੀ ਦਾ 1 ਸਾਲ ਪਹਿਲਾਂ ਝੀਲ ਦੇ ਵਿੱਚ ਆਈਫੋਨ ਡਿੱਗ ਪਿਆ ਸੀ ਤੇ ਮੋਬਾਈਲ ਝੀਲ ਦੇ ਵਿੱਚ ਡਿੱਗਣ ਤੋਂ ਬਾਅਦ ਜ਼ਾਹਿਰ ਤੌਰ ਤੇ ਵਿਅਕਤੀ ਨੇ ਮੰਨ ਲਿਆ ਕਿ ਹੁਣ ਉਸ ਨੂੰ ਮੋਬਾਈਲ ਇਹ ਕਦੇ ਨਹੀਂ ਮਿਲਣਾ, ਪਰ ਉਸਦੇ ਦੋਸਤਾਂ ਨੇ ਹੌਸਲਾ ਦਿੱਤਾ ਕਿ ਉਸ ਨੂੰ ਉਸਦਾ ਮੋਬਾਈਲ ਵਾਪਸ ਮਿਲ ਜਾਏਗਾ। ਤੇ ਹੈਰਾਨੀ ਦੀ ਗੱਲ ਹੈ ਕਿ ਹੋਇਆ ਵੀ ਇਸੇ ਤਰ੍ਹਾਂ। ਹੌਲੀ ਹੌਲੀ ਝੀਲ ਦਾ ਪਾਣੀ ਹੈ ਜਿਹੜਾ ਉਹ ਸੁੱਕਣਾ ਸ਼ੁਰੂ ਹੋ ਗਿਆ ਤੇ ਮੋਬਾਈਲ ਉਸ ਨੂੰ ਮਿਲ ਗਿਆ ਹੈ ਪੂਰੇ 1 ਸਾਲਾਂ ਬਾਅਦ। ਤੇ ਹੈਰਾਨੀ ਦੀ ਗੱਲ ਹੋਰ ਇਹ ਵੀ ਹੈ ਕਿ 50 ਸਾਲਾਂ ਤੋਂ ਵੱਧ ਸਮੇਂ ਦੇ ਵਿੱਚ ਸਭ ਤੋਂ ਵੱਡਾ ਸੋਕਾ ਪਿਆ, ਜਿਹਦੇ ਕਾਰਨ ਸਨਮੂਨ ਝੀਲ ਦੇ ਵਿੱਚ ਪਾਣੀ ਦਾ ਪੱਧਰ ਘਟ ਗਿਆ। ਤਾਇਵਾਨ ਨਿਊਜ਼ ਦੇ ਵਿੱਚ ਪਿਛਲੇ ਹਫਤੇ ਇਹ ਰਿਪੋਰਟ ਹੈ ਜਿਹੜੀ ਉਹ ਪ੍ਰਕਾਸ਼ਿਤ ਹੋਈ ਹੈ, ਜਿਸ ਦੇ ਮੁਤਾਬਿਕ ਵਿਅਕਤੀ ਦੀ ਪਛਾਣ ਹੈ ਜਿਹੜੀ ਚੇਨ ਵਜੋਂ ਹੋਈ ਹੈ। ਚੇਨ ਨੇ ਕਿਹਾ ਕਿ ਝੀਲ ਦੇ ਵਿੱਚ ਪਾਣੀ ਦਾ ਪੱਧਰ ਘਟਿਆ ਤਾਂ ਉਸ ਨੂੰ ਉਸਦਾ ਆਈਫੋਨ ਮਿਲ ਗਿਆ। 15 ਮਾਰਚ 2020 ਨੂੰ ਜਦੋਂ ਚੇਨ ਝੀਲ ਦੇ ਵਿੱਚ ਪੈਡਲ ਬੋਰਡਿੰਗ ਦੇ ਲਈ ਗਏ ਸੀ ਤਾਂ ਉਸਨੇ ਵਾਟਰਪ੍ਰੂਫ ਪਲਾਸਟਿਕ ਪਾਊਚ ਦੇ ਵਿੱਚ ਫੋਨ ਰੱਖ ਕੇ ਗਲੇ 'ਚ ਲਟਕਾਇਆ ਹੋਇਆ ਸੀ, ਪਰ ਪੈਡਲ ਬੋਰਡਿੰਗ ਦੌਰਾਨ ਉਹ ਪਾਣੀ ਦੇ ਵਿੱਚ ਡਿੱਗ ਪਿਆ। ਆਈਫੋਨ 11 ਪ੍ਰੋ ਮੈਕਸ ਉਸਦਾ ਗੁੰਮ ਹੋ ਗਿਆ ਸੀ ਤੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਫੋਨ ਬਿਲਕੁਲ ਠੀਕ ਠਾਕ ਚੱਲ ਰਿਹਾ ਹੈ। ਝੀਲ ਦੇ ਪਾਣੀ ਦੇ ਵਿੱਚ 1 ਸਾਲ ਰਹਿਣ ਤੋਂ ਬਾਅਦ ਵੀ ਚੇਨ ਦਾ ਫੋਨ ਪੂਰੀ ਤਰ੍ਹਾਂ ਦੇ ਨਾਲ ਸਹੀ ਚੱਲ ਰਿਹਾ ਹੈ। ਇਹ ਤਾਇਵਾਨ ਦੇ ਮੀਡੀਆ ਦੇ ਵਿੱਚ ਖਬਰਾਂ ਛਪੀਆਂ ਨੇ। ਪੰਜਾਬ, ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਅਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ। ਧੰਨਵਾਦ।